ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਡੋਨਲਡ ਟਰੰਪ ਜੇ ਦੂਸਰੀ ਵਾਰ ਬਣਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ ਤਾਂ ਉਹ ਅਮਰੀਕਾ ਦੇ ਉੱਤੇ 15 ਟ੍ਰਿਲੀਅਨ ਡਾਲਰ ਦਾ ਕਰਜ਼ਾ ਹੋਰ ਕਰ ਦੇਣਗੇ। ਐਕਸਪਰਟਸ ਦੀ ਇਹ ਰਾਏ ਆ। ਬਰੈਕ ਓਬਾਮਾ ਹੁਣ ਕਮਲਾ ਹੈਰਿਸ ਵਾਸਤੇ ਕੈਂਪੇਨ ਕਰ ਰਹੇ ਨੇ ਤੇ ਬਲੈਕ ਵੋਟਰਸ ਨੂੰ ਕਹਿ ਰਹੇ ਨੇ ਕਿ ਤੁਸੀਂ ਜੋ ਵੀ ਤੁਹਾਡੇ ਮਨ ਦੇ ਵਿੱਚ ਕੋਈ ਗਿਲਾ ਸ਼ਿਕਵਾ ਹੈ ਉਹਨੂੰ ਛੱਡ ਦਿਓ ਤੇ ਕਮਲਾ ਹੈਰਿਸ ਨੂੰ ਵੋਟ ਕਰੋ। ਨਾਓ ਟਿਮ ਵਾਲਸ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਜੱਫੀਆਂ ਪੈ ਰਹੀਆਂ ਨੇ, ਵੈਲਕਮ ਹੋ ਰਹੇ ਨੇ ਜਿੱਥੇ ਵੀ ਜਾਂਦੇ ਨੇ, ਕਿਉਂਕਿ ਕਮਲਾ ਹੈਰਿਸ ਟੀਮ ਕਾਫੀ ਤਰੱਕੀ ਤੇ ਹੈ, ਬੱਲੇ ਬੱਲੇ ਹੈ। ਕਮਲਾ ਹੈਰਿਸ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਸੰਜੀਦਾ ਨੇ ਔਰ ਇਸ ਕਰਕੇ ਥਾਂ ਥਾਂ ਦੇ ਉੱਤੇ ਜਾ ਕੇ ਆਪਣੇ ਵੋਟਰਸ ਨੂੰ ਆਪਣੀ ਇਮੀਗ੍ਰੇਸ਼ਨ ਪਾਲਿਸੀ ਬਾਰੇ ਦੱਸਦੇ ਨੇ। ਡੋਨਲਡ ਟਰੰਪ ਕਹਿੰਦੇ ਨੇ ਕਿ ਮੈਨੂੰ ਇੱਕ ਵਾਰ ਮਿਸ਼ੀਗਨ ਦੇ ਵਿੱਚ ਮੈਨ ਆਫ ਦਾ ਈਅਰ ਡਿਕਲੇਅਰ ਕੀਤਾ ਗਿਆ ਸੀ, ਪਰ ਰੈਕੋਰਡਸ ਕਹਿੰਦੇ ਨੇ ਕਿ ਐਦਾਂ ਦੀ ਕੋਈ ਗੱਲ ਤਾਂ ਨਹੀਂ ਲੱਗਦੀ, ਬਟ ਡੋਨਲਡ ਟਰੰਪ ਨੇ ਕਹਿ ਸਕਦੇ ਨੇ। ਨਾਓ ਇੰਡੀਆ ਇੰਟਰਨੈਸ਼ਨਲ, ਕੁਝ ਉਹ ਮੁੱਦੇ ਜੋ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਪਏ ਨੇ। ਕੈਂਪੇਨਸ ਦੇ ਵਿੱਚ ਹੋ ਇਹ ਰਿਹਾ ਕਿ ਬੈਕ ਟੂ ਬੈਕ ਇੱਕ ਪਾਸੇ ਅਮਰੀਕਾ ਦੇ ਵਿੱਚ ਨੈਚੁਰਲ ਡਿਜ਼ਾਸਟਰ ਹੈ, 6 ਸਟੇਟਸ ਦੇ ਅੰਦਰ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ ਤੇ ਨਾਲ ਪ੍ਰੈਜ਼ੀਡੈਂਟ ਆਫ ਅਮਰੀਕਾ ਦੀ ਇਲੈਕਸ਼ਨਸ ਮੁਸ਼ਕਿਲ ਨਾਲ 3 ਹਫ਼ਤੇ ਰਹਿ ਗਏ ਨੇ, ਬਹੁਤ ਨੇੜੇ ਹੈ। ਕਈ ਸੂਬਿਆਂ ਦੇ ਵਿੱਚ ਇਲੈਕਸ਼ਨਸ ਹੋ ਰਹੀਆਂ ਨੇ, ਵੋਟਾਂ ਪੈ ਰਹੀਆਂ ਨੇ ਔਰ ਕਮਲਾ ਹੈਰਿਸ ਪ੍ਰੈਸ ਨੂੰ ਮਿਲ ਰਹੇ ਨੇ, ਇੰਟਰਵਿਊਜ਼ ਦੇ ਰਹੇ ਨੇ, ਆਪਣੇ ਸਾਰੇ ਮਨ ਦੀ ਗੱਲ ਸਭ ਦੇ ਨਾਲ ਜ਼ਾਹਿਰ ਕਰਦੇ ਪਏ ਨੇ, ਕਲੀਅਰ ਕਰਦੇ ਪਏ ਨੇ। ਡੋਨਲਡ ਟਰੰਪ ਆਪਣੇ ਉਸੇ ਰਾਹ 'ਤੇ ਤੁਰਦੇ ਪਏ ਨੇ ਜੋ ਉਹਨਾਂ ਨੇ ਰਾਹ ਚੁਣਿਆ ਹੈ, ਉਹਨਾਂ ਦੀ ਪੋਲੀਟੀਕਲ ਪਲੇ ਬੁੱਕ ਦੇ ਮੁਤਾਬਿਕ, ਉਹਨਾਂ ਦਾ ਜੋ ਸਿਲੇਬਸ ਹੈ। ਔਰ ਉਹਨਾਂ ਦੇ ਉੱਤੇ ਇਲਜ਼ਾਮਾਤ ਇਹ ਲੱਗੇ ਨੇ ਕਿ ਪੁਤਿਨ ਨਾਲ ਉਹਨਾਂ ਨੇ, ਜੋ ਪ੍ਰੈਜ਼ੀਡੈਂਟ ਆਫ ਰਸ਼ੀਆ ਨੇ, ਉਹਨਾਂ ਦੇ ਨਾਲ, ਪੁਤਿਨ ਦੇ ਨਾਲ ਉਹਨਾਂ ਨੇ ਕਾਫੀ ਜ਼ਿਆਦਾ ਗੱਲਬਾਤ ਕੀਤੀ ਹੈ 6 ਜਾਂ 7 ਵਾਰ, ਜਦੋਂ ਉਹ ਪ੍ਰੈਜ਼ੀਡੈਂਟ ਆਫ ਅਮਰੀਕਾ ਨਹੀਂ ਰਹੇ ਉਸ ਤੋਂ ਬਾਅਦ ਵੀ। ਇਹ ਸੋਰਸਿਸ ਦੇ ਵੱਲੋਂ ਹੈ, ਇਹਦੇ ਕੋਈ ਸਬੂਤ ਨਹੀਂ ਮਿਲ ਰਹੇ, ਗੱਲਬਾਤ ਹੈ। ਸੋ ਹੁਣ ਇਹਦੇ ਵਿੱਚ ਕੀ ਸੱਚਾਈ ਹੈ ਔਰ ਦੁਨੀਆ ਦੇ ਡਿਕਟੇਟਰਸ ਦੇ ਨਾਲ ਕੀ ਰਿਲੇਸ਼ਨਸ ਨੇ ਡੋਨਲਡ ਟਰੰਪ ਦੇ, ਇਹ ਹੁਣ ਡੋਨਲਡ ਟਰੰਪ ਜਾਣਦੇ ਨੇ ਜਾਂ ਫਿਰ ਉਹਨਾਂ ਦੇ ਨਜ਼ਦੀਕੀ ਜਾਣਦੇ ਨੇ ਜਾਂ ਫਿਰ ਉਹ ਡਿਕਟੇਟਰਸ ਜਾਣਦੇ ਨੇ। ਇਹ ਮਾਮਲਾ ਕਾਫੀ ਜ਼ਿਆਦਾ ਭਖਿਆ ਹੋਇਆ ਔਰ ਪ੍ਰੈਸ ਦੇ ਵਿੱਚ ਜਦੋਂ ਵੀ ਜਾਂਦੇ ਨੇ ਕਮਲਾ ਹੈਰਿਸ ਇਸ ਗੱਲ ਦੇ ਉੱਤੇ ਤਵੱਜੋ ਜ਼ਰੂਰ ਦਿੰਦੇ ਨੇ, ਇਸ ਗੱਲ ਦੇ ਉੱਤੇ ਜ਼ੋਰ ਜ਼ਰੂਰ ਦਿੰਦੇ ਨੇ ਕਿ ਕਲੈਰੀਫਾਈ ਕਰਨ ਡੋਨਲਡ ਟਰੰਪ ਆਪਣੇ ਰਿਲੇਸ਼ਨਸ ਨੂੰ, ਜੋ ਦੁਨੀਆ ਦੇ ਵਰਲਡ ਲੀਡਰਸ ਦੇ ਨਾਲ ਉਹਨਾਂ ਦੇ ਰਿਲੇਸ਼ਨਸ ਨੇ, ਕਿਉਂਕਿ ਬੰਦਾ ਉਹਨਾਂ ਲੋਕਾਂ ਨਾਲ ਹੀ ਰਿਲੇਸ਼ਨ ਰੱਖਦਾ ਜਿਸ ਤਰ੍ਹਾਂ ਦੀ ਸੋਚ ਉਹ ਆਪ ਰੱਖਦਾ, ਉਸੇ ਤਰ੍ਹਾਂ ਦੇ ਹੀ ਉਹਦੇ ਦੋਸਤ ਹੁੰਦੇ ਨੇ। ਸੋ ਕਮਲਾ ਹੈਰਿਸ ਇਹ ਜਾਣਨਾ ਚਾਹੁੰਦੇ ਨੇ ਕਿ ਡੋਨਲਡ ਟਰੰਪ ਦੇ ਦੋਸਤ ਕਿਹੜੇ ਨੇ, ਤਾਂ ਕਿ ਇਹ ਪਤਾ ਲੱਗ ਸਕੇ ਕਿ ਉਹਨਾਂ ਦੀ ਸੋਚ ਕੀ ਹੈ ਔਰ ਜੇ ਉਹ ਸੈਕਿੰਡ ਟਾਈਮ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਦੇ ਨੇ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਅਮਰੀਕਾ ਨਵਾਂ ਸਿਰਜਣਗੇ। ਕਿਉਂਕਿ ਡੋਨਲਡ ਟਰੰਪ ਹਮੇਸ਼ਾ ਆਪਣੀ ਕੈਂਪੇਨਸ ਦੇ ਵਿੱਚ ਇਹ ਕਹਿੰਦੇ ਨੇ ਕਿ ਮੈਂ ਅਮਰੀਕਾ ਨੂੰ ਇੱਕ ਹਿਸਟਰੀ ਤੋਂ ਵੀ ਵੱਧ ਗ੍ਰੇਟ ਕੰਟਰੀ ਬਣਾਉਣਾ ਚਾਹੁੰਦਾ ਔਰ ਪੂਰੀ ਦੁਨੀਆ ਦੇ ਵਿੱਚ ਨੰਬਰ 1 ਦੇ ਉੱਤੇ ਹਮੇਸ਼ਾ ਉਹਨੂੰ ਮੇਨਟੇਨ ਕਰਨਾ ਚਾਹੁੰਦਾ। ਸੋ ਉਹਨਾਂ ਦੀ ਸੋਚ ਕੀ ਹੈ ਇਹ ਜਾਣਨਾ ਚਾਹੁੰਦੀ ਹੈ ਅਮਰੀਕਾ ਦੀ ਪਬਲਿਕ। ਔਰ ਰਿਪੋਰਟਸ, ਸਰਵੇਜ਼, ਟੀਵੀ ਚੈਨਲਸ ਦੇ, ਰੇਡੀਓ ਬ੍ਰੌਡਕਾਸਟਿੰਗ ਦੇ, ਮੀਡੀਆ ਦੇ ਤਮਾਮ ਸਰਵੇਜ਼ ਇਹ ਦੱਸਦੇ ਨੇ ਕਿ ਕਿਤੇ ਨਾ ਕਿਤੇ ਕਮਲਾ ਹੈਰਿਸ ਲੀਡ 'ਤੇ ਨੇ ਔਰ ਡੋਨਲਡ ਟਰੰਪ ਨੂੰ ਪਿੱਛੇ ਛੱਡਦੇ ਪਏ ਨੇ। ਲੋਕਾਂ ਦੀ ਰਾਏ ਇਹ ਕਾਇਮ ਹੁੰਦੀ ਪਈ ਹੈ। ਫੰਡਸ ਦੇ ਵਿੱਚ ਵੀ ਜ਼ਿਆਦਾ ਰੇਜ਼ ਕਰਦੇ ਪਏ ਨੇ ਫੰਡਸ ਔਰ ਕਹਿੰਦੇ ਨੇ ਕਿ ਅਮਰੀਕਾ ਦੇ ਇਤਿਹਾਸ ਦੇ ਵਿੱਚ ਇੰਨੇ ਫੰਡਸ ਕਿਸੇ ਵੀ ਕੈਂਡੀਡੇਟ ਨੇ ਜੋ ਪ੍ਰੈਜ਼ੀਡੈਂਟ ਆਫ ਅਮਰੀਕਾ ਦੀ ਰੇਸ ਦੇ ਵਿੱਚ ਹੈ ਇਕੱਠੇ ਨਹੀਂ ਕੀਤੇ ਜਿੰਨੇ ਕਮਲਾ ਹੈਰਿਸ ਨੇ ਫੰਡਸ ਇਕੱਠੇ ਕੀਤੇ ਨੇ। ਜਿੱਥੇ ਜਾਂਦੇ ਨੇ ਫੰਡਸ ਹੀ ਫੰਡਸ ਮਿਲਦੇ ਨੇ ਔਰ ਉਹਦੇ ਵਿੱਚ ਵੀ ਉਹ ਡੋਨਲਡ ਟਰੰਪ ਤੋਂ ਲੀਡ 'ਤੇ ਨੇ। ਐਂਡ ਰਿਪਬਲਿਕਨਸ ਦੀ ਗੱਲ ਆਪਾਂ ਕਰਦੇ ਹਾਂ ਨਾਲ, ਔਰ ਇਹ ਰਿਪੋਰਟਸ ਨੇ ਕਿ ਰਿਪਬਲਿਕਨਸ ਨੇ ਟੈਨਸ ਆਫ ਥਾਊਜ਼ੈਂਡਸ, ਮਿਲੀਅਨਸ ਖਰਚ ਕੀਤੇ ਨੇ ਐਡਵਰਟੀਜ਼ਮੈਂਟ ਦੇ ਉੱਤੇ, ਆਪਣੀਆਂ ਕੈਂਪੇਨਸ ਦੇ ਉੱਤੇ,
ਵੋਟਰਸ ਨੂੰ ਜਿੱਥੇ ਜਿੱਤਣਾ ਹੈ ਉਹਨਾਂ ਦਾ ਮਨ ਆਪਣੇ ਵੱਲ ਰੱਖਣਾ ਹੈ। ਨਾਲ ਜਿਹੜੀਆਂ ਫੀਮੇਲ ਵੋਟਰਸ ਨੇ ਸਬ ਅਰਬਨ ਏਰੀਆਜ਼ ਦੀਆਂ ਖਾਸ ਕਰਕੇ ਟਾਰਗੇਟ ਕੀਤੀਆਂ ਗਈਆਂ ਨੇ, ਉਹਨਾਂ ਦੀਆਂ ਵੋਟਸ ਆਪਣੇ ਵੱਲ ਕਿਵੇਂ ਲੈ ਕੇ ਆਉਣੀਆਂ ਨੇ। ਦੈਟ ਇਜ਼ ਦਾ ਮੇਨ ਰੀਜ਼ਨ ਇੰਨਾ ਪੈਸਾ ਖਰਚਿਆ ਜਾ ਰਿਹਾ, ਕਿਉਂਕਿ ਵੂਮਨ ਵੋਟਰਸ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਕਮਲਾ ਹੈਰਿਸ ਦੇ ਪ੍ਰਤੀ ਇੱਕ ਸਿੰਪਥੀ ਆਉਂਦੀ ਆ। ਇੱਕ ਤੇ ਉਹਨਾਂ ਨੂੰ ਇਹ ਚਾਅ ਚੜਿਆ ਹੋਇਆ ਕਿ ਪਹਿਲੀ ਵਾਰ ਇੱਕ ਲੇਡੀ ਬਣੇਗੀ ਪ੍ਰੈਜ਼ੀਡੈਂਟ ਆਫ ਅਮਰੀਕਾ, ਕਦੀ ਹਿਸਟਰੀ 'ਚ ਹੋਇਆ ਹੀ ਨਹੀਂ, ਇੱਕ ਨਵੀਂ ਹਿਸਟਰੀ ਕ੍ਰੀਏਟ ਹੋਣ ਜਾ ਰਹੀ ਆ। ਇੱਕ ਤੇ ਇਹ ਆ। ਦੂਜਾ, ਕਮਲਾ ਹੈਰਿਸ ਉੱਤੇ ਜਿੱਦਾਂ ਦੇ ਪਰਸਨਲ ਐਲੀਗੇਸ਼ਨਸ ਡੋਨਲਡ ਟਰੰਪ ਲਗਾਉਂਦੇ ਨੇ, ਪਰਸਨਲ ਅਟੈਕਸ ਕਰਦੇ ਨੇ, ਰੇਸਿਜ਼ਮ ਐਂਡ ਵਾਟ ਐਵਰ, ਉਹ ਸਾਰੀਆਂ ਗੱਲਾਂ ਵੀ ਕਿਤੇ ਨਾ ਕਿਤੇ ਸਿੰਪਥੀ ਦੀ ਲਹਿਰ ਕ੍ਰੀਏਟ ਕਰਦੀਆਂ ਨੇ ਵੂਮਨ ਵੋਟਰ ਦੇ ਅੰਦਰ। ਸੋ ਇਸ ਚੀਜ਼ ਨੂੰ ਕਿੱਦਾਂ ਟੈਕਲ ਕਰਨਾ ਹੈ, ਇਹ ਰਿਪਬਲਿਕਨਸ ਦੇ ਸਿਰ ਦਾ ਦਰਦ ਬਣਿਆ ਹੋਇਆ ਔਰ ਉਹ ਖੂਬ ਪੈਸਾ ਖਰਚ ਕਰਦੇ ਪਏ ਨੇ। ਔਰ ਕਮਲਾ ਹੈਰਿਸ ਵੀ ਜੋ ਇੰਨੇ ਫੰਡਸ ਇਕੱਠੇ ਕਰ ਰਹੇ ਨੇ, ਨੈਚੁਰਲੀ ਉਹ ਕਿਤੇ ਨਾ ਕਿਤੇ ਉਹਨਾਂ ਨੇ ਖਰਚ ਕਰਨੇ ਨੇ ਲੋਕਾਂ ਦੀ ਹੈਲਪ ਦੇ ਉੱਤੇ, ਐਡ ਕੈਂਪੇਨਸ ਦੇ ਉੱਤੇ, ਆਪਣੀਆਂ ਰੈਲੀਜ਼ ਦੇ ਉੱਤੇ, ਮਤਲਬ ਉਹ ਵੀ ਵੋਟ ਬੈਂਕ ਕ੍ਰੀਏਟ ਕਰਨ ਦੇ ਵਿੱਚ ਲੱਗੇ ਹੋਏ ਨੇ। ਸੋ ਨੈਕ ਟੂ ਨੈਕ ਇਹ ਮੁਕਾਬਲਾ ਚੱਲਦਾ ਪਿਆ। ਇੱਕ ਚੀਜ਼ ਇਹ ਦੇਖਣ ਵਾਲੀ ਹੈ ਕਿ ਕੁਝ ਦਿਨ ਪਹਿਲਾਂ ਜਦੋਂ ਡੋਨਲਡ ਟਰੰਪ ਉਸ ਥਾਂ ਤੇ ਪੁੱਜੇ ਜਿਸ ਥਾਂ ਦੇ ਉੱਤੇ ਪਹਿਲੀ ਵਾਰ ਉਹਨਾਂ ਦੀ ਜਾਨ ਦੇ ਉੱਤੇ ਹਮਲਾ ਹੋਇਆ ਸੀ ਔਰ ਉਹ ਵਾਲ ਬਚੇ ਸੀ, ਦੁਬਾਰਾ ਉਸ ਥਾਂ ਤੇ ਜਾਂਦੇ ਨੇ ਔਰ ਜਿੱਥੋਂ ਭਾਸ਼ਣ ਖਤਮ ਕੀਤਾ ਸੀ ਉੱਥੋਂ ਹੀ ਭਾਸ਼ਣ ਸ਼ੁਰੂ ਕਰਦੇ ਨੇ, ਤਾਂ ਐਲਨ ਮਸਕ ਉਹਨਾਂ ਦੇ ਨਾਲ ਨੇ। ਔਰ ਐਲਨ ਮਸਕ ਉੱਥੇ ਜੋ ਬਾਈਡਨ ਦੇ ਬਾਰੇ ਵੀ ਗੱਲ ਕਰਦੇ ਨੇ, ਡੋਨਲਡ ਟਰੰਪ ਦੇ ਬਾਰੇ ਵੀ ਗੱਲ ਕਰਦੇ ਨੇ, ਜੋ ਬਾਈਡਨ ਦੀਆਂ ਕਮਜ਼ੋਰੀਆਂ ਬਾਰੇ ਤੇ ਡੋਨਲਡ ਟਰੰਪ ਦੀਆਂ ਖੂਬੀਆਂ ਬਾਰੇ, ਕਿਉਂਕਿ ਹਮੇਸ਼ਾ ਹੀ ਇਲੈਕਸ਼ਨਸ ਦੇ ਵਿੱਚ ਹੁੰਦਾ ਆਪਣੇ ਓਪੋਨੈਂਟਸ ਦੀਆਂ ਬੁਰਾਈਆਂ ਕਰਨੀਆਂ ਔਰ ਆਪਣੀ ਤਾਰੀਫ ਕਰਨੀ ਜ਼ਰੂਰੀ ਹੁੰਦਾ ਕਿਉਂਕਿ ਵੋਟਰਸ ਨੂੰ ਜਿੱਤਣਾ ਹੈ। ਸੋ ਉਹਦੇ ਵਿੱਚ ਇੱਕ ਚੀਜ਼ ਇਹ ਦੇਖੀ ਜਾ ਰਹੀ ਆ ਕਿ ਐਲਨ ਮਸਕ ਡੋਨਲਡ ਟਰੰਪ ਨੂੰ ਜਾਂ ਰਿਪਬਲਿਕਨਸ ਨੂੰ ਸਪੋਰਟ ਕਿਉਂ ਕਰ ਰਹੇ ਨੇ, ਕਦੋਂ ਤੋਂ ਕਰ ਰਹੇ ਨੇ। ਐਲਨ ਮਸਕ ਜਿੱਥੇ ਟੈਨਸ ਆਫ ਥਾਊਜ਼ੈਂਡਸ ਮਿਲੀਅਨਸ ਡਾਲਰਸ ਦੇ ਰਹੇ ਨੇ ਡੋਨੇਸ਼ਨ, ਨਾਲ ਇੱਕ ਇਹ ਵੀ ਚੀਜ਼ ਹੈ ਕਿ ਉਹ ਡੋਨਲਡ ਟਰੰਪ ਵਾਸਤੇ 8 ਮਿਲੀਅਨ ਵੋਟਰਸ ਵੀ ਲਿਆ ਸਕਦੇ ਨੇ, ਕਿਉਂਕਿ ਉਹਨਾਂ ਦੀ ਇੰਨੀ ਰੇਂਜ ਹੈ, ਇੰਨੀ ਉਹ ਸਪੋਰਟ ਰੱਖਦੇ ਨੇ। 8 ਮਿਲੀਅਨ ਵੋਟਰਸ ਡੋਨਲਡ ਟਰੰਪ ਵਾਸਤੇ, ਰਿਪਬਲਿਕਨਸ ਵਾਸਤੇ, ਮਤਲਬ ਇਹ ਹੈ ਕਿ ਕਾਫੀ ਜ਼ਿਆਦਾ ਪਾਵਰਫੁਲ ਪਰਸਨ ਨੇ, ਇਸ ਕਰਕੇ ਉਹ ਡੋਨਲਡ ਟਰੰਪ ਦੇ ਨਾਲ ਨੇ। ਔਰ ਐਲਨ ਮਸਕ ਤੇ ਸਿਲੀਕਨ ਵੈਲੀ ਉਹ ਵੀ ਡੋਨਲਡ ਟਰੰਪ ਨੂੰ ਸਪੋਰਟ ਕਰਦੇ ਨੇ। ਸੋ ਇਹ ਸ਼ਿਫਟ ਹੈ। ਔਰ ਕਮਲਾ ਹੈਰਿਸ ਅਕਸਰ ਆਪਣੀਆਂ ਕੈਂਪੇਨਸ ਦੇ ਵਿੱਚ ਕਹਿੰਦੇ ਨੇ ਕਿ ਮੇਰਾ ਸਾਰਾ ਫੰਡ ਆਮ ਲੋਕਾਂ ਕੋਲੋਂ ਆਉਂਦਾ, ਆਮ ਲੋਕ ਮੈਨੂੰ ਫੰਡਿੰਗ ਕਰਦੇ ਨੇ, ਔਰ ਤੁਹਾਡਾ ਸਾਰਾ ਫੰਡ ਜਿਹੜਾ ਬਿਗ ਬਿਜ਼ਨਸ ਹਾਊਸਿਸ ਤੋਂ ਆਉਂਦਾ ਹੈ, ਉਹ ਤੁਹਾਨੂੰ ਫੰਡਿੰਗ ਕਰਦੇ ਨੇ। ਸੋ ਜਦੋਂ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਦੇ ਨੇ ਕਮਲਾ ਹੈਰਿਸ, ਤਾਂ ਉਹਨਾਂ ਨੂੰ ਖਿਆਲ ਰੱਖਣਾ ਪਏਗਾ ਉਹਨਾਂ ਲੋਕਾਂ ਦਾ ਜੋ ਉਹਨਾਂ ਨੂੰ ਫੰਡਿੰਗ ਕਰਦੇ ਨੇ, ਤੇ ਡੋਨਲਡ ਟਰੰਪ ਨੂੰ ਉਹਨਾਂ ਦਾ ਖਿਆਲ ਰੱਖਣਾ ਪਏਗਾ ਜੋ ਉਹਨਾਂ ਨੂੰ ਫੰਡਿੰਗ ਕਰਦੇ ਨੇ, ਜੇ ਡੋਨਲਡ ਟਰੰਪ ਬਣਦੇ ਨੇ ਸੈਕਿੰਡ ਟਾਈਮ ਪ੍ਰੈਜ਼ੀਡੈਂਟ ਆਫ ਅਮਰੀਕਾ। ਸੋ ਇੱਕ ਬਹੁਤ ਕ੍ਰਿਟੀਕਲ ਜੀ ਜਾਂ ਬਹੁਤ ਡੀਪ ਕੈਲਕੂਲੇਸ਼ਨ ਆ ਜੋ ਅਮਰੀਕਨਸ ਨੂੰ ਕਾਫੀ ਧਿਆਨ ਦੇਣਾ ਪਏਗਾ। ਨਾਓ ਆਪਾਂ ਗੱਲ ਕੀਤੀ ਕਿ ਜੇ ਸੈਕਿੰਡ ਟਾਈਮ ਬਣਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ ਡੋਨਲਡ ਟਰੰਪ, ਸੋ ਇਹਦੇ ਵਿੱਚ ਆਪਾਂ ਹੁਣ ਕਨੈਕਸ਼ਨ ਕਰਕੇ ਦੇਖਦੇ ਹਾਂ 2020 ਦੇ ਨਾਲ। 2020 ਦੇ ਵਿੱਚ ਜਿਵੇਂ ਅਮਰੀਕਨਸ ਨੂੰ ਵੇਟ ਕਰਨੀ ਪਈ ਸੀ ਰਿਜ਼ਲਟਸ ਵਾਸਤੇ, ਸੇਮ ਡੇ ਨਹੀਂ ਹੋਏ, ਕਿ ਇਸ ਵਾਰ ਵੀ ਕੋਈ ਇੱਦਾਂ ਦਾ ਤਮਾਸ਼ਾ ਹੋਣ ਵਾਲਾ ਹੈ, ਕੋਈ ਇੱਦਾਂ ਦਾ ਸ਼ਗੂਫਾ ਛੱਡਿਆ ਜਾਏਗਾ ਡੋਨਲਡ ਟਰੰਪ ਦੇ ਕੈਂਪ ਵੱਲੋਂ ਜਿਵੇਂ ਪਿਛਲੀ ਵਾਰ ਹੋਇਆ। ਇਸ ਗੱਲ ਨੂੰ ਜੋ ਬਾਈਡਨ ਵੀ ਐਂਡੋਰਸ ਕਰ ਚੁੱਕੇ ਨੇ, ਉਹ ਵੀ ਇਸ ਦੇ ਉੱਤੇ ਆਪਣੇ ਸਟੇਟਮੈਂਟ ਦੇ ਚੁੱਕੇ ਨੇ ਕਿ ਮੈਨੂੰ ਨਹੀਂ ਲੱਗਦਾ ਕਿ 2024 ਦੀਆਂ ਇਲੈਕਸ਼ਨਸ ਸ਼ਾਂਤੀਪੂਰਨ ਢੰਗ ਦੇ ਨਾਲ ਹੋਣਗੀਆਂ, ਕਿਉਂਕਿ ਉਹ ਵੀ ਕਨੈਕਟ ਕਰਦੇ ਨੇ 2020 ਜਨਵਰੀ 6 ਦੇ ਨਾਲ। ਸੋ ਇੱਕ ਮੁੱਦਾ ਬਣਿਆ ਹੋਇਆ ਹੈ। ਔਰ ਜਦੋਂ ਤੋਂ ਡੋਨਲਡ ਟਰੰਪ ਨੇ ਇਸ ਘਟਨਾ ਦੇ ਉੱਤੇ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ ਆਪਣੀਆਂ ਕੈਂਪੇਨਸ ਦੇ ਵਿੱਚ, ਤਾਂ ਕਿਤੇ ਨਾ ਕਿਤੇ ਇਹ ਲੱਗਦਾ ਕਿ ਫਿਰ ਉਹ ਇੱਕ ਝੂਠ ਦਾ ਪੁਲੰਦਾ ਲੈ ਕੇ ਆ ਗਏ ਨੇ, ਆਪਣੇ ਪੱਲਿਓਂ ਸਾਰੀ ਗੱਲ ਝਾੜਦੇ ਪਏ ਨੇ ਕਿ ਮੇਰਾ ਕੋਈ ਲੈਣਾ ਦੇਣਾ ਹੀ ਨਹੀਂ। ਇਹ ਤੇ ਪਬਲਿਕ ਵੱਲੋਂ ਇੱਕ ਮੋਬੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ ਇੱਕ ਭੀੜ ਤੰਤਰ ਉੱਠਿਆ ਸੀ ਲੋਕਤੰਤਰ ਦੇ ਵਿੱਚ, ਕੁਝ ਇੱਦਾਂ ਦੇ ਡਿਜ਼ਾਈਨ ਕਰਕੇ ਉਹ ਗੱਲਬਾਤ ਕਰਦੇ ਨੇ ਔਰ ਆਪ ਸਾਫ਼ ਬਚ ਕੇ ਨਿਕਲ ਜਾਂਦੇ ਨੇ।
ਗੱਲਾਂ ਬਾਤਾਂ ਦੇ ਵਿੱਚ। ਔਰ ਕੋਰਟ ਦੇ ਵਿੱਚ ਵੀ ਉਹ ਸਾਫ਼ ਬਚ ਕੇ ਨਿਕਲਣਾ ਚਾਹੁੰਦੇ ਨੇ, ਕਿਉਂਕਿ ਹਜੇ ਕੇਸ ਪੈਂਡਿੰਗ ਹੈ। ਨਵੰਬਰ 6 ਨੂੰ ਉਹਨਾਂ ਨੇ ਫੇਸ ਕਰਨੇ ਨੇ ਇਹ ਸਾਰੇ ਐਲੀਗੇਸ਼ਨਸ ਨੂੰ, ਔਰ ਜੋ ਵੀ ਸੈਂਟੈਂਸਿੰਗ ਹੋਏਗੀ ਉਸ ਨੂੰ ਦੇਖੋ ਇਹ ਕੋਰਟ ਕਿੱਦਾਂ ਡਿਸਾਈਡ ਕਰਦੀ ਹੈ। ਬਟ ਉਹਦੇ ਵਿੱਚ ਬਚ ਕੇ ਨਿਕਲਣ ਵਾਸਤੇ ਉਹਨਾਂ ਦੀ ਲੀਗਲ ਟੀਮ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ। ਔਰ ਇੱਧਰ ਕਾਉਂਸਲਰਸ ਕੋਲ ਲਾਸਟ ਚਾਂਸ ਸੀਗਾ ਉਹਨਾਂ ਦੇ ਖਿਲਾਫ ਜੋ ਵੀ ਐਵੀਡੈਂਸ, ਜੋ ਵੀ ਸਬੂਤ ਮਿਲਦੇ ਨੇ ਇਸ ਘਟਨਾ ਦੇ ਸੰਦਰਭ ਦੇ ਵਿੱਚ ਉਹਨਾਂ ਨੂੰ ਪੇਸ਼ ਕਰਨ ਦਾ ਕੋਰਟ ਦੇ ਵਿੱਚ, ਤੇ ਉਹਨਾਂ ਨੇ ਕੀਤਾ। ਔਰ ਇਹਦੇ ਵਿੱਚ ਹੋਰ ਕਈ ਨਾਵਾਂ ਦਾ ਖੁਲਾਸਾ ਹੁੰਦਾ ਹੈ ਡੋਨਲਡ ਟਰੰਪ ਦੇ ਨਾਲ, ਜਦੋਂ ਤੱਕ ਅਸੀਂ ਦੇਖਦੇ ਹਾਂ ਜਨਵਰੀ 6 2020 ਦੀ ਘਟਨਾ ਜੁੜੀ ਹੋਈ ਹੈ। ਸੋ ਇੱਕ ਤਰ੍ਹਾਂ ਦਾ ਇੱਕ ਕ੍ਰਾਈਮ ਮੰਨਿਆ ਜਾ ਰਿਹਾ ਹੈ ਅਮਰੀਕਾ ਦੀ ਧਰਤੀ ਦੇ ਉੱਤੇ, ਕਿਉਂਕਿ ਜੋ ਡੈਮੋਕ੍ਰੇਸੀ ਦੇ ਵਿੱਚ ਵੋਟਰਸ ਨੇ ਆਪਣਾ ਫੈਸਲਾ ਦੇ ਦਿੱਤਾ, ਉਸ ਦੇ ਖਿਲਾਫ ਤੁਸੀਂ ਜਾ ਰਹੇ ਹੋ। ਇੱਕ ਤਰ੍ਹਾਂ ਨਾਲ ਤੁਸੀਂ ਡੈਮੋਕ੍ਰੇਸੀ ਦਾ ਕਤਲ ਕਰਨ ਦੀ ਕੋਸ਼ਿਸ਼ ਕਰਦੇ ਪਏ ਹੋ। ਦੈਟ ਇਜ਼ ਦਾ ਮੇਨ ਥਿੰਗ। ਔਰ ਇਸ ਕਰਕੇ ਇਹ ਚੀਜ਼ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਔਰ ਉਹ ਵੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਕਿ ਫਾਈਨਲ ਮੈਚ ਹੋਣ ਵਾਲਾ ਹੈ। ਔਰ ਇਹ ਮੈਚ ਦੇ ਵਾਸਤੇ ਇਹ ਚਰਚਾ ਕਾਫੀ ਰਿਸਕੀ ਸਾਬਿਤ ਹੋ ਸਕਦੀ ਹੈ ਡੋਨਲਡ ਟਰੰਪ ਦੇ ਵਾਸਤੇ। ਇਸ ਕਰਕੇ ਇਹ ਸਾਰੀਆਂ ਘਟਨਾਵਾਂ ਡਿਵੈਲਪ ਹੁੰਦੀਆਂ ਪਈਆਂ ਨੇ। ਔਰ ਅਸੀਂ ਇਹ ਵੀ ਦੇਖਦੇ ਹਾਂ ਕਿ ਜਦੋਂ ਦੇ ਜੋ ਬਾਈਡਨ ਉਤਰੇ ਨੇ ਇਸ ਰੇਸ ਤੋਂ ਬਾਹਰ, ਔਰ ਕਮਲਾ ਹੈਰਿਸ ਟਰੈਕ ਤੇ ਆਏ ਨੇ ਇਸ ਰੇਸ ਦੇ ਉੱਤੇ ਨੇ, ਔਰ ਜੋ ਬਾਈਡਨ ਨੂੰ ਹੀ ਰਿਪਰੈਜ਼ੈਂਟ ਕਰ ਰਹੇ ਨੇ ਇੱਕ ਤਰ੍ਹਾਂ ਨਾਲ ਡੈਮੋਕ੍ਰੈਟਸ ਵੱਲੋਂ, ਜਾਂ ਡੈਮੋਕ੍ਰੈਟਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਕਿਉਂਕਿ ਜਦੋਂ ਜੋ ਬਾਈਡਨ ਨੇ ਕਿਹਾ ਕਿ ਮੈਂ ਆਪਣੀ ਮਸ਼ਾਲ, ਆਪਣੀ ਪਾਰਟੀ ਦੀ ਮਸ਼ਾਲ, ਆਪਣੇ ਵਿਚਾਰਾਂ ਦੀ ਮਸ਼ਾਲ ਇੱਕ ਯੰਗ ਜਨਰੇਸ਼ਨ ਦੀ ਲੇਡੀ, ਇੱਕ ਨਵੇਂ ਕੈਂਡੀਡੇਟ ਨੂੰ, ਨੈਕਸਟ ਜਨਰੇਸ਼ਨ ਨੂੰ ਦੇ ਰਿਹਾ, ਐਂਡ ਕਮਲਾ ਹੈਰਿਸ ਪੂਰੀ ਤਰ੍ਹਾਂ ਕਾਬਿਲ ਹੈ, ਤਾਂ ਉੱਥੋਂ ਇਹ ਗੱਲ ਕਲੀਅਰ ਹੁੰਦੀ ਹੈ ਕਿ ਸ਼ੀ ਇਜ਼ ਏ ਪੋਲੀਟੀਕਲ ਹੇਅਰ ਟੂ ਜੋ ਬਾਈਡਨ। ਸੋ ਉਹਦੇ ਉੱਤਰਾਧਿਕਾਰੀ ਇੱਕ ਤਰ੍ਹਾਂ ਨਾਲ ਸਾਬਿਤ ਹੋਏ ਨੇ ਜੋ ਬਾਈਡਨ ਦੇ। ਔਰ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਵੀ ਲੱਗਦਾ ਕਿ ਜੋ ਵੀ ਉਹਨਾਂ ਦੀਆਂ ਪਾਲਿਸੀਜ਼ ਹੋਣਗੀਆਂ, ਚਾਹੇ ਉਹ ਫੋਰਨ ਪਾਲਿਸੀ ਆ, ਚਾਹੇ ਉਹ ਲੋਕਲ ਪਾਲਿਸੀਜ਼ ਨੇ, ਉਹ ਬਾਈਡਨ ਕਮਲਾ ਐਡਮਿਨਿਸਟ੍ਰੇਸ਼ਨ ਹੀ ਹੋਏਗੀ। ਸੋ ਇਹ ਗੱਲ ਕਾਫੀ ਹੱਦ ਤੱਕ ਕਲੀਅਰ ਹੁੰਦੀ ਆ। ਸੋ ਹੁਣ ਇੱਥੇ ਡੋਨਲਡ ਟਰੰਪ ਦਾ ਝੂਠ ਕਈ ਵਾਰ ਫੜਿਆ ਜਾਂਦਾ, ਜਿੱਦਾਂ ਉਹ ਝੂਠ ਦਾ ਪੁਲੰਦਾ ਲੈ ਕੇ ਆਉਂਦੇ ਨੇ। ਬਟ ਜੋ 2020 ਦੀ ਘਟਨਾ ਹੋਈ ਸੀ ਜਨਵਰੀ 6 ਦੀ, ਉਸ ਦੇ ਕੰਟੈਕਸਟ ਵਿੱਚ ਦੇਖ ਕੇ ਇੱਕ ਅਨਸਰਟਨਟੀ ਬਣੀ ਹੋਈ ਆ ਕਿ ਇਹ ਜਿਹੜਾ ਇਲੈਕਟੋਰਲ ਪ੍ਰੋਸੈਸ ਆ, ਜਾਂ ਵੋਟਾਂ ਤੋਂ ਬਾਅਦ ਜੋ ਰਿਜ਼ਲਟ ਆਉਣੇ ਨੇ, ਮਤਲਬ ਇੱਕ ਸੈਂਸਿਟਿਵ ਜੀ ਸਿਚੁਏਸ਼ਨ ਬਣੀ ਹੋਈ ਆ ਕਿ ਇਹਦਾ ਕੀ ਅਸਰ ਪੈ ਸਕਦਾ ਹੈ ਫਿਊਚਰ ਦੇ ਉੱਤੇ, ਔਰ ਇਹਦਾ ਕੀ ਅਸਰ ਪੈ ਸਕਦਾ ਹੈ ਅਮਰੀਕਨ ਸੋਸਾਇਟੀ ਦੇ ਉੱਤੇ, ਔਰ ਇਹਦਾ ਕੀ ਅਸਰ ਪੈ ਸਕਦਾ ਹੈ ਡੈਮੋਕ੍ਰੇਸੀ ਦੀ ਸਿਹਤ ਦੇ ਉੱਤੇ। ਸੋ ਇਹ ਚੀਜ਼ਾਂ ਬਹੁਤ ਜ਼ਿਆਦਾ ਸੈਂਸਿਟਿਵ ਨੇ। ਨਾਓ ਆਪਾਂ ਗੱਲ ਕਰਦੇ ਹਾਂ ਵਾਰਸ ਦੀ, ਗਾਜ਼ਾ ਵਾਰ, ਯੂਕਰੇਨ ਵਾਰ, ਕਿਉਂਕਿ ਇਹ ਵੀ ਯੂਨਾਈਟਿਡ ਸਟੇਟਸ ਦੀ ਇਲੈਕਸ਼ਨਸ ਦਾ ਇੱਕ ਮੁੱਦਾ ਹੈ, ਬਿਕਾਜ਼ ਯੂਨਾਈਟਿਡ ਸਟੇਟਸ ਇਨਵੋਲਵਡ ਹੈ ਇਹਨਾਂ ਦੇ ਵਿੱਚ ਔਰ ਸਪੋਰਟ ਕਰ ਰਿਹਾ ਹੈ ਯੂਕਰੇਨ ਨੂੰ ਔਰ ਇਜ਼ਰਾਈਲ ਨੂੰ। ਸੋ ਇਲੈਕਸ਼ਨਸ ਦੇ ਪੁਆਇੰਟ ਆਫ ਵਿਊ ਦੇ ਨਾਲ ਬਾਈਡਨ ਇਹ ਗੱਲ ਕਹਿ ਚੁੱਕੇ ਨੇ ਕਿ ਨੇਤਨਯਾਹੂ ਜੋ ਪ੍ਰਾਈਮ ਮਿਨਿਸਟਰ ਆਫ ਇਜ਼ਰਾਈਲ ਨੇ, ਉਹ ਬਾਈਡਨ ਦੀ ਗੱਲ ਨਹੀਂ ਮੰਨਦੇ ਸੀਜ਼ ਫਾਇਰ ਨੂੰ ਲੈ ਕੇ। ਔਰ ਕਾਫੀ ਸਮੇਂ ਬਾਅਦ ਦੁਬਾਰਾ ਗੱਲਬਾਤ ਹੋਈ ਹੈ, ਔਰ ਜੋ ਰਿਲੇਸ਼ਨਸ ਬਾਈਡਨ ਐਂਡ ਨੇਤਨਯਾਹੂ ਦੇ ਖਟਾਈ 'ਚ ਪਏ ਹੋਏ ਸੀ ਉਹ ਰਿਵਾਈਵ ਕੀਤੇ ਗਏ ਨੇ, ਗੱਲਬਾਤ ਹੋਈ ਹੈ। ਬਟ ਇਹ ਸਟੇਟਮੈਂਟ ਅੰਡਰਲਾਈਨ ਕਰਨ ਦੇ ਲਾਇਕ ਹੈ ਕਿ ਜੋ ਬਾਈਡਨ ਇਹ ਗੱਲ ਕਿਉਂ ਕਹਿ ਰਹੇ ਨੇ ਕਿ ਨੇਤਨਯਾਹੂ ਸੀਜ਼ ਫਾਇਰ ਦੀ ਮੇਰੀ ਗੱਲ ਨਾ ਮੰਨ ਕੇ ਇਫੈਕਟ ਕਰਨਾ ਚਾਹੁੰਦੇ ਨੇ ਯੂਨਾਈਟਿਡ ਸਟੇਟਸ ਦੀਆਂ ਇਲੈਕਸ਼ਨਸ ਨੂੰ, ਜਾਂ ਯੂਨਾਈਟਿਡ ਸਟੇਟਸ ਦੀਆਂ ਇਲੈਕਸ਼ਨਸ ਦੇ ਉੱਤੇ ਕੀ ਅਸਰ ਪਏਗਾ, ਕਿਉਂਕਿ ਬਹੁਤ ਲੋਕ ਇਸ ਗੱਲ ਨਾਲ ਰਾਜ਼ੀ ਨਹੀਂ ਹੈਗੇ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਇਜ਼ਰਾਈਲ ਦੇ ਨਾਲ ਯੁੱਧ ਦੇ ਵਿੱਚ ਇਨਵੋਲਵਡ ਹੈ, ਸਪੋਰਟ ਕਰ ਰਹੀ ਹੈ। ਇਸ ਚੀਜ਼ ਨੂੰ ਬੜਾ ਅੰਡਰਲਾਈਨ ਕਰਕੇ ਦੇਖਣਾ ਪਏਗਾ। ਯੂਕਰੇਨ ਵਾਰ ਦੀ ਜੇ ਆਪਾਂ ਗੱਲ ਕਰੀਏ, ਉਹ ਤੇ ਹੁਣ ਨਿਊਜ਼ ਦੇ ਵਿੱਚ ਇੰਨੀ ਚਰਚਾ ਨਹੀਂ ਹੁੰਦੀ ਜਿੰਨੀ ਚਰਚਾ ਹੁੰਦੀ ਹੈ ਲੈਬਨਾਨ ਦੀ। ਕਾਰਨ ਇਹ ਹੈ ਕਿ ਨਿਊਜ਼ ਹਮੇਸ਼ਾ ਫੋਲੋ ਉਸ ਚੀਜ਼ ਨੂੰ ਕਰਦੀ ਹੈ ਜੋ ਪ੍ਰੈਜ਼ੈਂਟ ਟ੍ਰੈਂਡ ਚੱਲਦਾ ਪਿਆ, ਕਿਉਂਕਿ 2.5 ਸਾਲ ਤੋਂ ਜ਼ਿਆਦਾ ਹੋ ਗਏ ਨੇ ਯੂਕਰੇਨ ਵਾਰ ਨੂੰ ਇੱਕ ਬਾਸੀ ਜਿਹੀ ਗੱਲ ਲੱਗਦੀ ਹੈ ਕਿ ਬਈ ਇਹ ਤਾਂ ਚੱਲੀ ਜਾਂਦਾ, ਕਦੀ ਉਹ ਭਾਰੀ ਤੇ ਕਦੀ ਉਹ ਭਾਰੀ, ਕਦੀ ਪੁਤਿਨ ਭਾਰੀ ਤੇ ਕਦੀ ਜ਼ੈਲੈਂਸਕੀ ਭਾਰੀ। ਉਹ ਆਪਣੀ ਵਿਕਟਰੀ ਪਲਾਨ ਲੈ ਕੇ ਜ਼ੈਲੈਂਸਕੀ ਥਾਂ ਥਾਂ ਤੇ ਜਾਂਦੇ ਨੇ, ਔਰ ਪੁਤਿਨ ਆਪਣੀ ਰੈੱਡ ਲਾਈਨ ਦਿੰਦੇ ਨੇ ਕਿ ਮੈਂ ਨਿਊਕਲੀਅਰ ਵਾਰ ਵੱਲ ਜਾ ਸਕਦਾ। ਹਜੇ ਤੇ ਇਹ ਦਬਦਬਾ ਚੱਲਦਾ ਪਿਆ, ਕਦੀ ਉਹ ਭਾਰੀ ਤੇ ਕਦੀ ਉਹ ਭਾਰੀ। ਔਰ ਜ਼ੈਲੈਂਸਕੀ ਨੂੰ ਯੂਨਾਈਟਿਡ ਸਟੇਟਸ ਦੀ ਔਰ ਨਾਟੋ ਦੀ ਸਪੋਰਟ ਚਾਹੀਦੀ ਆ, ਔਰ ਰਸ਼ੀਆ ਨੂੰ ਵੀ ਇਨਡਾਇਰੈਕਟਲੀ ਸਪੋਰਟ ਮਿਲੀ ਹੋਈ ਹੈ। ਇੱਕ ਲੌਬੀ ਬਣੀ ਹੋਈ ਹੈ ਜੋ ਰਸ਼ੀਆ ਨੂੰ ਸਪੋਰਟ ਕਰਦੀ ਹੈ, ਔਰ ਉਹ ਲੌਬੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਸਿਰਦਰਦੀ ਬਣੀ ਹੋਈ ਹੈ। ਇਸ ਕਰਕੇ ਯੂਨਾਈਟਿਡ ਸਟੇਟਸ ਆਫ
ਅਮਰੀਕਾ ਦੀਆਂ ਫੋਰਸਿਸ ਇੱਕ ਨਵੀਂ ਏਜ ਵਾਸਤੇ, ਇੱਕ ਨਵੀਂ ਟਾਈਮ ਵਾਸਤੇ ਆਪਣੀ ਪ੍ਰੈਪਰੇਸ਼ਨ ਕਰ ਰਹੀਆਂ ਨੇ, ਕਿਉਂਕਿ ਇਲੈਕਸ਼ਨਸ ਦੇ ਰਿਜ਼ਲਟਸ ਤੋਂ ਬਾਅਦ ਪੂਰੇ ਵਰਲਡ ਦੇ ਵਿੱਚ ਨਵੰਬਰ 5 ਤੋਂ ਬਾਅਦ ਕਿਸ ਤਰ੍ਹਾਂ ਪਾਵਰ ਸ਼ਿਫਟ ਹੋਣੀ ਹੈ ਉਹਦੇ ਮੁਤਾਬਿਕ ਤਿਆਰੀਆਂ ਚੱਲਦੀਆਂ ਪਈਆਂ ਨੇ। ਇੱਥੋਂ ਤੱਕ ਕਿ ਯੂਨਾਈਟਿਡ ਸਟੇਟਸ ਦੀ ਸਪੇਸ ਫੋਰਸਿਸ ਵੀ ਉਹਦੇ ਮੁਤਾਬਿਕ ਤਿਆਰੀ ਕਰਦੇ ਪਏ ਨੇ, ਕਿਉਂਕਿ ਜੋ ਬਾਈਡਨ ਉਹਨਾਂ ਨੂੰ ਹੁਕਮ ਦੇ ਚੁੱਕੇ ਨੇ। ਸੋ ਉਹ ਤਾਂ ਸਟੇਟਸ ਐਜ਼ ਇਟ ਇਜ਼ ਆ, ਜੋ ਯੂਕਰੇਨ ਤੇ ਰਸ਼ੀਆ ਵਾਰ ਦਾ ਹੈ, ਥੋੜਾ ਬਹੁਤ ਚੇਂਜ ਹੁੰਦਾ, 19-21 ਦਾ ਫਰਕ ਪੈਂਦਾ ਹੈ। ਹੁਣ ਮੇਨ ਚੀਜ਼ ਜੋ ਆ ਰਹੀ ਹੈ ਉਹ ਆ ਰਹੀ ਹੈ ਲੈਬਨਾਨ, ਕਿਉਂਕਿ ਗਾਜ਼ਾ ਤੋਂ ਬਾਅਦ ਹੁਣ ਲੈਬਨਾਨ ਕੇਂਦਰ ਬਣਿਆ ਹੋਇਆ ਹੈ ਲੜਾਈ ਦਾ, ਔਰ ਖਤਰਾ ਇਹੀ ਹੈ, ਆਪਾਂ ਰੋਜ਼ ਹੀ ਆਪਣੇ ਪਲੇਟਫਾਰਮ ਤੋਂ ਗੱਲ ਕਰਦੇ ਹਾਂ ਕਿ ਸੈਕਿੰਡ ਗਾਜ਼ਾ ਨਾ ਬਣ ਜਾਏ ਲੈਬਨਾਨ। ਹਾਲਾਂਕਿ ਐਕਸਪਰਟਸ ਕਹਿੰਦੇ ਨੇ ਕਿ ਭਾਈ ਹਮਾਸ ਨੇ, ਹਿਜ਼ਬੁੱਲਾ ਨੇ ਗਾਜ਼ਾ ਨੂੰ ਆਪਣਾ ਮਿਲਟਰੀ ਬੇਸ ਬਣਾਇਆ ਹੋਇਆ ਸੀ, ਔਰ ਥੱਲੇ ਜ਼ਮੀਨ ਦੇ ਟਨਲਸ ਬਣਾਈਆਂ ਹੋਈਆਂ, ਸੁਰੰਗਾਂ ਬਣਾਈਆਂ ਹੋਈਆਂ, ਪੂਰਾ ਨੈਟਵਰਕ ਬਣਾਇਆ ਹੋਇਆ, ਇਸ ਕਰਕੇ ਉਹਦੇ ਉੱਤੇ ਹਮਲਾ ਹੋਇਆ। ਤਾਂ ਸ਼ਾਇਦ ਗਾਜ਼ਾ ਤੋਂ ਬਾਅਦ ਅਗਰ ਲੈਬਨਾਨ ਦੇ ਵਿੱਚ ਸ਼ਿਫਟ ਹੁੰਦਾ ਤਾਂ ਉੱਥੇ ਇਹ ਚੀਜ਼ ਨਹੀਂ ਹੈਗੀ, ਸ਼ਾਇਦ ਮਿਲਟਰੀ ਬੇਸ ਨਹੀਂ ਹੈਗਾ ਇਹਨਾਂ ਦੋਵਾਂ ਦਾ, ਬਟ ਦਬਦਬਾ ਤੇ ਹੈ ਇਹਨਾਂ ਦੋਵਾਂ ਗਰੁੱਪਸ ਦਾ। ਇਹ ਵੀ ਪੋਲੀਟੀਕਲ ਪਾਰਟੀਆਂ ਨੇ ਉੱਥੇ, ਔਰ ਇਹਨਾਂ ਦੀਆਂ ਵੀ ਸੀਟਸ ਨੇ ਪਾਰਲੀਮੈਂਟ ਦੇ ਵਿੱਚ, ਨਾਲ ਲੋਕਾਂ ਦੀ ਸਪੋਰਟ ਹੈ ਉਹਨਾਂ ਕੋਲ। ਔਰ ਖੈਰ ਜਦੋਂ ਆਪਾਂ ਅਟੈਕਸ ਦੀ ਗੱਲ ਕਰਦੇ ਹਾਂ ਕਿ ਸ਼ਾਇਦ ਇਹਨਾਂ ਦਾ ਮਿਲਟਰੀ ਬੇਸ ਉਸ ਤਰ੍ਹਾਂ ਮਜ਼ਬੂਤ ਨਹੀਂ ਹੈ ਲੈਬਨਾਨ ਦੇ ਵਿੱਚ ਜਿਸ ਤਰ੍ਹਾਂ ਗਾਜ਼ਾ ਦੇ ਵਿੱਚ ਸੀ, ਇਸ ਕਰਕੇ ਗਾਜ਼ਾ ਨੂੰ ਜ਼ਿਆਦਾ ਤਬਾਹੀ ਝੇਲਣੀ ਪਈ ਔਰ ਉਸ ਦੇ ਕੰਪੈਰੀਟਿਵਲੀ ਲੈਬਨਾਨ ਨੂੰ ਸ਼ਾਇਦ ਨਾ ਝੇਲਣੀ ਪਵੇ। ਬਟ ਠੀਕ ਹੈ, ਯੁੱਧ ਹੈ ਹੁਣ, ਇਹ ਤੇ ਯੁੱਧ ਦੀ ਇੰਟੈਂਸਿਟੀ ਹੈ ਨਾ ਕਿ ਕਿੰਨਾ ਪਾਵਰਫੁਲ ਹੋ ਗਿਆ ਔਰ ਕਿੰਨੀ ਪਾਵਰਫੁਲ ਤਰੀਕੇ ਨਾਲ ਬੰਬਾਰਮੈਂਟ ਹੋ ਰਹੀ ਹੈ। ਹੁਣ ਇਹ ਤੇ ਕੋਈ ਦਲੀਲ ਨਹੀਂ ਨਾ ਹੈਗੀ ਕਿ ਉੱਥੇ ਬੇਸ ਮਿਲਟਰੀ ਦਾ ਹੈ ਜਾਂ ਨਹੀਂ ਹੈ। ਜਦੋਂ ਜੰਗ ਚੱਲਣੀ ਹੈ ਉਦੋਂ ਚੱਲਣੀ ਹੈ, ਉਹਨੇ ਬੇਸ ਨਹੀਂ ਦੇਖਣੇ, ਉਹਨੇ ਤੇ ਬਸ ਤਬਾਹੀ ਦੇਖਣੀ ਹੈ। ਸੋ ਬੈਕ ਟੂ ਦ ਪੁਆਇੰਟ, ਇੱਕ ਨਵੀਂ ਇਨਵੈਸਟੀਗੇਸ਼ਨ ਇਹ ਚੱਲਦੀ ਪਈ ਹੈ ਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਜਿਹੜੇ ਇੰਸਟੀਚਿਊਸ਼ਨ ਨੇ, ਕਈ ਐਸੇ ਆਫਿਸਿਸ ਨੇ, ਇੰਸਟੀਟਿਊਸ਼ਨਸ ਨੇ ਜਿੱਥੇ ਜੂਇਸ਼ ਕੰਮ ਕਰਦੇ ਨੇ, ਔਰ ਅਕਤੂਬਰ 7 ਤੋਂ ਬਾਅਦ ਇੱਕ ਸਾਲ ਦੇ ਅੰਦਰ ਉਹਨਾਂ ਵਿੱਚੋਂ ਕਈਆਂ ਨੂੰ ਆਪਣੀ ਜੌਬ ਤੋਂ ਹੱਥ ਧੋਣੇ ਪਏ ਨੇ, ਕਿਉਂਕਿ ਉਹ ਫਿਲਿਸਤੀਨੀਆਂ ਨੂੰ ਸਪੋਰਟ ਕਰਦੇ ਨੇ। ਉਹਨਾਂ ਦੀ ਜੋ ਵੈਲਿਊ ਹੈ ਲਾਈਫ ਦੀ, ਉਹਨਾਂ ਦੀ ਜੋ ਸੰਸਕਾਰ ਨੇ ਪਰਿਵਾਰ ਦੇ, ਉਹ ਕਿਤੇ ਨਾ ਕਿਤੇ ਜੁੜੇ ਹੋਏ ਨੇ ਫਿਲਿਸਤੀਨੀਆਂ ਦੇ ਨਾਲ, ਯਾਨੀ ਕਿ ਜੂਇਸ਼ ਦੇ ਅਗੇਂਸਟ, ਔਰ ਇਸ ਕਰਕੇ ਉਹਨਾਂ ਵਿੱਚੋਂ ਕਈਆਂ ਨੂੰ ਆਪਣੀ ਜੌਬ ਤੋਂ ਹੱਥ ਧੋਣਾ ਪਿਆ ਹੈ, ਕਿਉਂਕਿ ਉਹ ਇਜ਼ਰਾਈਲ ਦਾ ਜੋ ਗਾਜ਼ਾ ਦੇ ਉੱਤੇ ਅਟੈਕ ਹੈ ਉਹਨੂੰ ਕੰਡੈਮ ਕਰਦੇ ਨੇ, ਉਹਨੂੰ ਸਪੋਰਟ ਨਹੀਂ ਕਰਦੇ, ਕਿਉਂਕਿ ਉਹ ਕਹਿੰਦੇ ਨੇ ਕਿ ਸਾਡੀਆਂ ਜੂਇਸ਼ ਵੈਲਿਊਜ਼, ਸਾਡੀਆਂ ਫਿਲਿਸਤੀਨੀਆਂ ਦੇ ਪ੍ਰਤੀ ਹਮਦਰਦੀ ਦੀ ਭਾਵਨਾ, ਮਤਲਬ ਗੱਲ ਇਹ ਹੈ ਕਿ ਇਸ ਵਾਰ ਦਾ ਸੇਕ ਬਹੁਤ ਦੂਰ ਤੱਕ ਪਹੁੰਚਦਾ ਪਿਆ ਔਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਤੱਕ ਵੀ ਪਹੁੰਚਦਾ ਪਿਆ, ਚਾਹੇ ਇਨਡਾਇਰੈਕਟਲੀ ਪਹੁੰਚਦਾ ਪਿਆ, ਪਰ ਗਤੀਵਿਧੀਆਂ ਹੋ ਰਹੀਆਂ ਨੇ। ਨਾਓ ਦ ਥਿੰਗ ਇਜ਼ ਕਿ ਇਹ ਜਿਹੜੀਆਂ ਇਜ਼ਰਾਈਲੀ ਕਮਿਊਨਿਟੀਜ਼ ਨੇ ਜਾਂ ਫਿਲਿਸਤੀਨ ਦੀਆਂ ਕਮਿਊਨਿਟੀਜ਼ ਨੇ, ਇਸ ਵਾਰ ਤੋਂ ਬਾਅਦ ਕਿੰਨੀ ਕੁ ਜ਼ਿਆਦਾ ਚੇਂਜ ਆਏਗੀ ਇਹਨਾਂ ਦੇ ਵਿੱਚ, ਇਹਨਾਂ ਦੇ ਵੈਲਿਊ ਸਿਸਟਮ ਦੇ ਵਿੱਚ ਕੀ ਚੇਂਜ ਆਏਗੀ, ਸੋਚ ਦੇ ਵਿੱਚ ਕੀ ਚੇਂਜ ਆਏਗੀ, ਕਿਉਂਕਿ ਇਹ ਸਾਰੀ ਜੋ ਲੜਾਈ ਹੈ ਇਹ ਇਤਿਹਾਸ ਦੀ ਜ਼ਮੀਨ ਦੇ ਉੱਤੇ ਲੜੀ ਜਾ ਰਹੀ ਹੈ, ਕਿਉਂਕਿ thousands years back ਅਸੀਂ ਇੱਥੇ ਰਹਿੰਦੇ ਸੀ, thousands years back ਸਾਡੇ forefathers ਇੱਥੇ ਰਹਿੰਦੇ ਸੀ, ਹੁਣ ਇਹ ਸਾਡੀ ਲੈਂਡ ਹੈ, ਹੁਣ ਇਹ ਸਾਡਾ ਦੇਸ਼ ਹੈ, ਇੱਥੋਂ ਤੱਕ ਤੁਸੀਂ, ਇੱਥੋਂ ਤੱਕ ਅਸੀਂ, ਇਹ ਜ਼ਮੀਨ ਦਾ ਟੁਕੜਾ ਸਾਡਾ ਹੈ। ਮਤਲਬ ਕੁਝ ਵੀ ਪੁਆਇੰਟ ਲੈ ਕੇ ਜੰਗ ਚੱਲਦੀ ਪਈ ਹੈ। forefathers ਨੇ ਜੋ ਗਲਤੀਆਂ ਕੀਤੀਆਂ ਉਹ ਸੁਧਾਰੀਆਂ ਵੀ ਜਾ ਸਕਦੀਆਂ ਨੇ, ਹਿਸਟਰੀ ਦੇ ਵਿੱਚ ਵੀ ਜੋ ਗਲਤੀਆਂ ਹੋਈਆਂ ਉਹ ਸੁਧਾਰੀਆਂ ਜਾ ਸਕਦੀਆਂ ਨੇ। ਇਹ ਤਾਂ ਨਹੀਂ ਕਿ ਹਿਸਟਰੀ ਮਸਟ ਰਿਪੀਟ ਇਟਸੈਲਫ, ਜ਼ਰੂਰੀ ਤੌਰ 'ਤੇ ਉਹੀ ਕਰੋ ਜੋ ਹਿਸਟਰੀ 'ਚ ਕੀਤਾ, ਜ਼ਰੂਰੀ ਤਾਂ ਨਹੀਂ ਹੈ, ਤੁਸੀਂ ਉਸ ਨੂੰ ਚੇਂਜ ਵੀ ਕਰ ਸਕਦੇ ਹੋ। ਅੱਜ ਦੇ ਸਮੇਂ ਨੂੰ ਦੇਖੋ, ਠੀਕ ਹੈ, ਅੱਜ ਦਾ ਵਰਤਮਾਨ ਜਿਹੜਾ ਨਾ ਇਹ ਆਪਣੇ ਆਪ ਵਿੱਚ ਪੈਦਾ ਹੁੰਦਾ, ਹਿਸਟਰੀ ਤੋਂ ਸੇਧ ਜ਼ਰੂਰ ਲੈਂਦਾ, ਪਰ ਹਿਸਟਰੀ ਦੇ ਵਿੱਚ ਜਿਹੜੀਆਂ ਗਲਤੀਆਂ ਹੋ ਗਈਆਂ ਉਹਨਾਂ ਨੂੰ ਫਿਲਟਰ ਕਰ ਦਿੰਦਾ, ਉਹਨੂੰ ਛੱਡ ਦਿੰਦਾ, ਔਰ ਆਪਣੇ ਆਪ 'ਚ ਪੈਦਾ ਹੁੰਦਾ, ਹਰ ਵਕਤ ਆਪਣੇ ਆਪ 'ਚ ਪੈਦਾ ਹੁੰਦਾ। ਇੱਕ ਨਵਾਂ ਬੀਜ ਹੈ, ਔਰ ਜਿਵੇਂ ਬੂਟਾ ਪੁੰਗਰਦਾ ਉਵੇਂ ਪੁੰਗਰਦਾ ਹੈ, ਔਰ ਇਹਦੇ ਵਿੱਚੋਂ ਫਿਊਚਰ ਨਿਕਲਦਾ, ਔਰ ਫਿਊਚਰ ਵੀ ਜਦੋਂ ਪ੍ਰੈਜ਼ੈਂਟ ਬਣਦਾ ਹੈ ਉਹ ਆਪਣੇ ਆਪ 'ਚੋਂ ਪੁੰਗਰਦਾ ਹੈ। ਇਹ ਇੱਕ ਸੱਚਾਈ ਹੈ, ਕੁਦਰਤੀ ਸੱਚਾਈ ਹੈ। ਹਰ ਚੀਜ਼ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਹੈ, ਤੁਸੀਂ ਇੱਧਰ ਸੱਜੇ ਖੱਬੇ ਉਹਨੂੰ ਜੋੜ ਕੇ ਨਹੀਂ ਦੇਖ ਸਕਦੇ, ਜ਼ਬਰਦਸਤੀ ਜੋੜ ਲੈਂਦੇ ਹੋ ਔਰ ਉਹ ਜ਼ਬਰਦਸਤੀ ਜੰਗ ਦਾ ਕਾਰਨ ਬਣ ਜਾਂਦਾ ਹੈ। ਘਰ ਦੇ ਵਿੱਚ ਵੀ ਤੁਸੀਂ ਦੇਖੋ, ਜੋ ਪੁਆਇੰਟ ਹੈ ਉਸ ਪੁਆਇੰਟ 'ਤੇ ਰਹੋ ਤਾਂ ਜੰਗ ਨਹੀਂ ਹੋਏਗੀ, ਜਦੋਂ ਸੱਜੇ ਖੱਬੇ ਵਾਲੇ ਹੋਰ ਪੁਆਇੰਟ ਵੀ ਵਿੱਚ ਜੋੜ ਲਓਗੇ ਤਾਂ ਹਮੇਸ਼ਾ ਝਗੜੇ ਹੋਣਗੇ, ਫੈਮਿਲੀ ਦੇ ਵਿੱਚ ਵੀ ਹੋਣਗੇ। ਉਹ ਪਿਛਲੇ ਸਾਲਾਂ 'ਚ ਇਹ ਕੀਤਾ ਸੀ, ਅਗਲੇ ਸਾਲਾਂ 'ਚ ਤੁਸੀਂ ਇਹ ਕਰ ਸਕਦੇ ਹੋ, ਅਜੀਬ ਜਿਹੀਆਂ ਗੱਲਾਂ ਦੇ ਨਾਲ ਪ੍ਰੈਜ਼ੈਂਟ ਦੇ ਵਿੱਚ ਉਹਨੂੰ ਜੋੜ ਕੇ ਝਗੜਾ ਖੜਾ ਕਰ ਲੈਣਗੇ। ਸੋ ਇਹ
ਹਿਊਮਨ ਸਾਈਕੀ ਹੈ, ਇਨਸਾਨ ਦੀ ਸੋਚ ਹੀ ਇਦਾਂ ਦੀ ਹੈ। ਜਦੋਂ ਉਹਨੇ ਝਗੜਾ ਕਰਨਾ ਤਾਂ ਝਗੜਾ ਕਰਨ ਵਾਸਤੇ ਕੋਈ ਨਾ ਕੋਈ ਦਲੀਲ ਲੱਭ ਲੈਣੀ ਹੈ, ਤੇ ਜੇ ਉਹਨੇ ਸ਼ਾਂਤੀ ਕਰਨੀ ਹੈ ਤਾਂ ਸ਼ਾਂਤੀ ਕਰਨ ਵਾਸਤੇ ਵੀ ਕੋਈ ਨਾ ਕੋਈ ਦਲੀਲ ਲੱਭ ਲੈਣੀ ਹੈ। ਹੁਣ ਇਹ ਸਾਡੀ ਸੋਚ ਹੈ ਕਿ ਅਸੀਂ ਜਾਣਾ ਕਿੱਧਰ ਚਾਹੁੰਦੇ ਹਾਂ, ਅਸੀਂ ਸ਼ਾਂਤੀ ਚਾਹੁੰਦੇ ਹਾਂ ਜਾਂ ਅਸੀਂ ਝਗੜਾ ਚਾਹੁੰਦੇ ਹਾਂ। ਹੁਣ ਇੱਥੇ ਸ਼ਾਂਤੀ ਸਥਾਪਿਤ ਹੋ ਸਕਦੀ ਹੈ ਕਿਉਂਕਿ ਹਮੇਸ਼ਾ ਫਾਰਮੂਲਾ ਵਰਕਆਊਟ ਹੋ ਸਕਦੇ ਨੇ, ਹਮੇਸ਼ਾ ਉਹਦੇ ਉੱਤੇ ਗੱਲਬਾਤ ਕਰਕੇ ਟੇਬਲ ਤੇ ਬੈਠ ਕੇ ਗੱਲਬਾਤ ਹੋ ਸਕਦੀ ਹੈ। ਨਾਓ ਦਾ ਪੁਆਇੰਟ ਇਜ਼, ਤੁਸੀਂ ਵਾਕਈ ਸ਼ਾਂਤੀ ਚਾਹੁੰਦੇ ਹੋ ਜਾਂ ਸ਼ਾਂਤੀ ਕਾਇਮ ਕਰਨ ਦੀਆਂ ਗੱਲਾਂ ਕਰਦੇ ਹੋ, ਪਰ ਅਸਲ ਵਿੱਚ ਤੁਸੀਂ ਯੁੱਧ ਚਾਹੁੰਦੇ ਹੋ। ਇਹ ਕੌਣ ਨੇ ਜੋ ਯੁੱਧ ਚਾਹੁੰਦੇ ਨੇ? ਚਾਹੇ ਯੂਕਰੇਨ ਤੇ ਰਸ਼ੀਆ ਦੀ ਵਾਰ ਹੈ, ਚਾਹੇ ਇਜ਼ਰਾਈਲ ਦੀ ਗਾਜ਼ਾ ਦੀ ਲੈਬਨਾਨ ਦੀ ਵਾਰ ਹੈ, ਫਿਲਿਸਤੀਨ ਦੀ ਵਾਰ ਹੈ, ਈਰਾਨ ਵੀ ਇਨਵੋਲਵਡ ਆ, ਨਿਊਕਲੀਅਰ ਪਾਵਰਸ ਇਨਵੋਲਵ ਹੋ ਚੁੱਕੀਆਂ ਨੇ। ਨਾਓ ਦਾ ਪੁਆਇੰਟ ਇਜ਼, ਤੁਸੀਂ ਯੁੱਧ ਚਾਹੁੰਦੇ ਹੋ ਕਿ ਸ਼ਾਂਤੀ ਚਾਹੁੰਦੇ ਹੋ? ਪਰ ਜੇ ਤੁਸੀਂ ਸ਼ਾਂਤੀ ਦੀਆਂ ਗੱਲਾਂ ਹੀ ਕਰਨੀਆਂ ਨੇ ਤੇ ਚਾਹੁੰਦੇ ਯੁੱਧ ਹੋ, ਤਾਂ ਫਿਰ ਇਹ ਕੌਣ ਲੋਕ ਨੇ ਜਿਨ੍ਹਾਂ ਨੂੰ ਯੁੱਧ ਤੋਂ ਪ੍ਰੋਫਿਟ ਹੁੰਦਾ ਹੈ, ਜੋ ਕਹਿੰਦੇ ਨੇ ਵਾਰ ਇਜ਼ ਅ ਬਿਜ਼ਨਸ? ਔਰ ਦੁਨੀਆ ਭਰ ਦੇ ਐਕਸਪਰਟਸ ਇਹ ਕਹਿੰਦੇ ਨੇ ਕਿ ਸ਼ਾਂਤੀ ਦੀਆਂ ਗੱਲਾਂ ਕਰਦੇ ਹੋ ਤਾਂ ਫਿਰ ਹਥਿਆਰ ਕਿਉਂ ਦੇਈ ਜਾਂਦੇ ਹੋ, ਪੈਸਾ ਕਿਉਂ ਦੇਈ ਜਾਂਦੇ ਹੋ, ਸਪੋਰਟ ਕਿਉਂ ਕਰਦੇ ਹੋ? ਤਾਂ ਉਹਦੀ ਦਲੀਲ ਇਹ ਦਿੰਦੇ ਨੇ ਕਿ ਇਸ ਕਰਕੇ ਦਿੰਦੇ ਪਏ ਆ ਕਿ ਜੇ ਅਸੀਂ ਇਹਨਾਂ ਨੂੰ ਇਹ ਸਪੋਰਟ ਦੇਣਾ ਬੰਦ ਕਰ ਦਈਏ ਤਾਂ ਦੁਸ਼ਮਣ ਇਹਨਾਂ ਤੇ ਹਾਵੀ ਹੋ ਜਾਏਗਾ, ਇਹਨਾਂ ਦੀ ਆਜ਼ਾਦੀ ਨੂੰ ਖਤਰਾ ਹੈ, ਇਹਨਾਂ ਦੀ ਡੈਮੋਕ੍ਰੇਸੀ ਨੂੰ ਖਤਰਾ ਹੈ। ਤਮਾਮ ਤਰ੍ਹਾਂ ਦੀਆਂ ਦਲੀਲਾਂ ਨੇ। ਬਈ ਕਿਤੇ ਤਾਂ ਸੈਟਲ ਕਰਨਾ ਪਏਗਾ ਨਾ। ਇਹ ਦਲੀਲਾਂ ਦੇ ਸਹਾਰੇ ਕਦੋਂ ਤੱਕ ਚੱਲਾਂਗੇ? ਇੱਕ ਥਾਂ ਦੇ ਉੱਤੇ ਆ ਕੇ, ਇੱਕ ਪੁਆਇੰਟ ਦੇ ਉੱਤੇ ਆ ਕੇ ਸੈਟਲ ਕਰਨਾ ਪਏਗਾ। ਵਾਈ ਨੋਟ ਨਾਓ? ਹੁਣ ਕਿਉਂ ਨਹੀਂ ਕਰ ਸਕਦੇ ਆ? ਕਿਉਂਕਿ ਜਿਹੜੀਆਂ ਜਾਨਾਂ ਚਲੀਆਂ ਗਈਆਂ ਉਹ ਚਲੀਆਂ ਗਈਆਂ, ਪਰ ਜਿਹੜੀਆਂ ਬਚ ਗਈਆਂ ਉਹ ਤਾਂ ਬਚਾ ਲਈਏ। ਨਵੇਂ ਜੰਮੇ ਬੱਚੇ ਮਾਵਾਂ ਲੈ ਕੇ ਘੁੰਮਦੀਆਂ ਫਿਰਦੀਆਂ, ਕਿੱਧਰ ਜਾਈਏ ਕਿੱਧਰ ਨਾ ਜਾਈਏ, ਕਿੱਥੇ ਜਾਨ ਬਚ ਜਾਏ। ਇਹ ਤਾਂ ਕੰਡੀਸ਼ਨ ਬਣੀ ਹੋਈ ਆ। ਔਰ ਗੰਦਗੀ ਇੰਨੀ, ਕੂੜਾ ਕਰਕਟ ਇੰਨਾ, ਉਹ ਸਾਂਭਣਾ ਕਿੰਨੇ ਆ, ਸਾਫ਼ ਕਿੰਨੇ ਕਰਨਾ? ਕਈ ਸਮਾਂ ਲੱਗ ਜਾਣਾ ਹੈ ਉਹਨੂੰ ਸਾਂਭਣ ਸੇ, ਉਹਨੂੰ ਠੀਕ ਕਰਨ ਤੇ। ਜੋ ਵਿਗੜਿਆ ਹੋਇਆ ਹੈ ਸਭ ਕੁਝ, ਉਹਨੂੰ ਸੰਭਾਲਣ ਤੇ ਬਹੁਤ ਸਮਾਂ ਲੱਗ ਜਾਣਾ। ਸੋ ਜੇ ਅਸੀਂ ਇਹਨੂੰ ਚੇਂਜ ਕਰਨਾ ਚਾਹੀਏ ਤਾਂ ਚੇਂਜ ਕਰ ਸਕਦੇ। ਕਰਨਾ ਤਾਂ ਅਸੀਂ ਹੋਈ ਹੈ ਕਿਉਂਕਿ ਵਿਗਾੜਿਆ ਵੀ ਤਾਂ ਅਸੀਂ ਹੋਈ ਹੈ ਨਾ। ਸੋ ਦੈਟ ਇਜ਼ ਦਾ ਪੁਆਇੰਟ। ਇਹੀ ਐਕਸਪਰਟਸ ਕਹਿ ਰਹੇ ਨੇ ਕਿ ਜਿਹੜੀ ਇਹ ਸਰਵਾਈਵਲ ਤੇ ਫਰੀडम ਦੀ ਲੜਾਈ ਲੜੀ ਜਾਂਦੀ ਹੈ ਸ਼ੁਰੂ ਤੋਂ ਹੀ, ਇਤਿਹਾਸ ਤੋਂ ਹੀ ਅੱਜ ਤੱਕ, ਉਹਦੇ ਵਿੱਚ ਜਿੱਤ ਤੇ ਸ਼ਾਂਤੀ ਦੀ ਉਹ ਹੁੰਦੀ ਆ। ਤਾਂ ਫਿਰ ਸ਼ਾਂਤੀ ਅੱਜ ਕਿਉਂ ਨਹੀਂ? ਕਿਉਂਕਿ ਸ਼ਾਂਤੀ ਦੇ ਵਿੱਚ ਹੀ ਵਿਕਾਸ ਹੈ, ਉਹਦੇ ਵਿੱਚ ਹੀ ਤਰੱਕੀ ਹੈ। ਸੋ ਬੈਕ ਟੂ ਦਾ ਪੁਆਇੰਟ ਕਿ ਇਹ ਕਮਿਊਨਿਟੀਜ਼ ਨੂੰ ਕਿੱਦਾਂ ਚੇਂਜ ਕਰਦਾ ਪਿਆ। ਔਰ ਅਕਤੂਬਰ 7 ਤੋਂ ਬਾਅਦ ਇਜ਼ਰਾਈਲ ਦੀ ਕਮਿਊਨਿਟੀ ਦੇ ਵਿੱਚ ਤੇ ਫਿਲਿਸਤੀਨ ਦੀ ਕਮਿਊਨਿਟੀ ਦੇ ਵਿੱਚ ਕੀ ਚੇਂਜਸ ਆਈਆਂ ਨੇ, ਉਹਨਾਂ ਦੇ ਸਮਾਜ ਕਿੱਦਾਂ ਬਦਲੇ ਨੇ, ਉਹਨਾਂ ਦੀਆਂ ਵੈਲਿਊਜ਼ ਕਿੱਦਾਂ ਬਦਲੀਆਂ। ਜਿੱਥੇ ਆਪਾਂ ਕਮਿਊਨਿਟੀਜ਼ ਦੇ ਵਿੱਚ ਚੇਂਜ ਦੀ ਗੱਲ ਕਰਦੇ ਹਾਂ ਤੇ ਉਹਦੇ ਉੱਤੇ ਡਿਪੈਂਡ ਕਰਦਾ ਉਹਨਾਂ ਦਾ ਫਿਊਚਰ ਕਿੱਦਾਂ ਹੋ ਸਕਦਾ ਔਰ ਉਹਨਾਂ ਦੇ ਫਿਊਚਰ ਦਾ ਕੀ ਮਤਲਬ ਹੋ ਸਕਦਾ। ਜੰਗ ਨਾਲ ਰਹਿਣਾ ਸਿੱਖ ਲਿਆ, ਜੰਗ ਨਾਲ ਜੀਣਾ ਸਿੱਖ ਲਿਆ, ਜਾਂ ਜੰਗ ਨੂੰ ਸਮਾਪਤ ਕਰਨਾ, ਖਤਮ ਕਰਨਾ। ਸੋ ਇਹ ਫਿਊਚਰ ਦੇ ਵਾਸਤੇ ਕੁਐਸਚਨਸ ਨੇ। ਇਹ ਫਿਊਚਰ ਦੀ ਕੁੱਖ ਦੇ ਵਿੱਚ ਨੇ ਕੁਐਸਚਨ, ਜਿਨ੍ਹਾਂ ਦਾ ਜਵਾਬ ਵੀ ਫਿਊਚਰ ਦੀ ਕੁੱਖ ਦੇ ਵਿੱਚ ਹੈ, ਜੋ ਲੱਭਣਾ ਪੈਣਾ। ਔਰ ਇਸ ਵਕਤ ਇਜ਼ਰਾਈਲ ਦੀ ਸੋਸਾਇਟੀ ਦੇ ਵਿੱਚ ਕੀ ਹੋ ਰਿਹਾ ਕਿ 1 ਸਾਲ ਦੇ ਅੰਦਰ ਕਾਫੀ ਲੋਕ ਪ੍ਰਾਈਮ ਮਿਨਿਸਟਰ ਆਫ ਇਜ਼ਰਾਈਲ ਨੇਤਨਯਾਹੂ ਨੂੰ ਪਸੰਦ ਨਹੀਂ ਕਰਦੇ, ਉਹਨਾਂ ਨੂੰ ਕ੍ਰਿਟਿਸਾਈਜ਼ ਕਰਦੇ ਨੇ। ਔਰ ਯੁੱਧ ਤੋਂ ਪਹਿਲਾਂ ਵੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਕਰਪਸ਼ਨ ਦੇ ਚਾਰजेस ਲੱਗੇ ਸੀ ਔਰ ਨੇਤਨਯਾਹੂ ਦੇ ਉੱਤੇ ਪਰਸਨਲੀ ਕਰਪਸ਼ਨ ਦੇ ਚਾਰजेस ਲੱਗੇ ਹੋਏ ਸੀ ਔਰ ਲੋਕ ਸੜਕਾਂ ਤੇ ਸੀ ਉਹਨਾਂ ਦੇ ਖਿਲਾਫ। ਉਹਨਾਂ ਨੂੰ ਪਸੰਦ ਨਹੀਂ ਕਰਦੇ ਸੀ, ਉਹਨਾਂ ਦੀ ਗਵਰਨਮੈਂਟ ਨੂੰ ਸ਼ਿਫਟ ਕਰ ਦੇਣਾ ਚਾਹੁੰਦੇ ਸੀ, ਉਹਨਾਂ ਨੂੰ ਸ਼ਿਫਟ ਕਰ ਦੇਣਾ ਚਾਹੁੰਦੇ ਸੀ। ਪਰ ਹਮਾਸ ਨੇ ਅਟੈਕ ਕੀਤਾ ਅਕਤੂਬਰ 7 ਨੂੰ, ਤਾਂ ਉਸ ਤੋਂ ਬਾਅਦ ਇਹ ਸਾਰੀ ਸਿਚੁਏਸ਼ਨ ਹੀ ਚੇਂਜ ਹੋ ਗਈ। ਵਾਰ ਛੇੜ ਦਿੱਤੀ ਇਜ਼ਰਾਈਲ ਨੇ। ਔਰ ਇਸ ਪੁਆਇੰਟ ਤੇ ਕਿਹਾ ਜਾਂਦਾ ਹੈ ਕਿ ਇਜ਼ਰਾਈਲ ਅਗਰ ਉਸ ਵਕਤ ਵਾਰ ਨਾ ਛੇੜਦਾ ਔਰ ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ ਇਸ ਮਸਲੇ ਨੂੰ ਰੱਖਦਾ ਕਿ ਦੱਸੋ ਹਮਾਸ ਨੇ ਇਹ ਕੀਤਾ ਤੇ ਹੁਣ ਆਪਾਂ ਕੀ ਕਰਨਾ, ਤਾਂ ਉਦੋਂ ਸਾਰੀ ਇੰਟਰਨੈਸ਼ਨਲ ਕਮਿਊਨਿਟੀ ਇੱਕ ਵੱਖ ਤਰੀਕੇ ਨਾਲ ਜਵਾਬ ਦਿੰਦੀ ਹਮਾਸ ਨੂੰ, ਹਿਜ਼ਬੁੱਲਾ ਨੂੰ। ਬਟ ਉਦੋਂ ਵਾਰ ਛੇੜ ਦਿੱਤੀ ਗਈ। ਪਰ ਕਿਤੇ ਨਾ ਕਿਤੇ ਇਹ ਕਿਹਾ ਜਾਂਦਾ ਐਕਸਪਰਟਸ ਵੱਲੋਂ ਕਿ ਵਾਰ ਨੇਤਨਯਾਹੂ ਦੇ ਪੋਲੀਟੀਕਲ ਕੈਰੀਅਰ ਨੂੰ ਸਪੋਰਟ ਕਰਦੀ ਹੈ। ਦੈਟ ਇਜ਼ ਵਾਈ ਉਹ ਕੰਟੀਨਿਊ ਕਰਨਾ ਚਾਹੁੰਦੇ ਨੇ। ਔਰ ਇੱਥੋਂ ਤੱਕ ਕਿ ਜੋ ਬਾਈਡਨ ਦੀ ਗੱਲ ਵੀ ਨਹੀਂ ਸੁਣਦੇ ਪਏ। ਇਹ ਐਕਸਪਰਟਸ ਦੀ ਰਾਏ ਹੈ। ਨਾਓ ਚੇਂਜ ਕੀ ਹੋਇਆ ਹੈ ਕਿ ਇਜ਼ਰਾਈਲ ਦੀ ਜਿਹੜੀ ਸੋਸਾਇਟੀ ਹੈ ਉਹਦੇ 'ਚ ਲੋਕ ਹੁਣ ਇਸ ਪ੍ਰਾਈਮ ਮਿਨਿਸਟਰ ਨੂੰ, ਯਾਨੀ ਕਿ ਪ੍ਰਾਈਮ ਮਿਨਿਸਟਰ ਨੇਤਨਯਾਹੂ ਨੂੰ ਬਹੁਤਾ ਕਿਤੇ ਪਸੰਦ ਨਹੀਂ ਕਰਦੇ। ਔਰ ਫਿਲਿਸਤੀਨ ਨਾਲ ਜਿੱਥੋਂ ਡਿਸਕਨੈਕਟ ਵੀ ਨੇ, ਜੁੜੇ ਹੋਏ ਵੀ ਨਹੀਂ, ਫਿਰ ਵੀ ਇਨਸਾਨੀਅਤ ਦੇ ਤੌਰ ਤੇ ਜੁੜੇ ਹੋਏ ਨੇ ਔਰ ਉਹਨਾਂ ਦੀਆਂ ਭਾਵਨਾਵਾਂ ਨੂੰ, ਉਹਨਾਂ ਦੇ ਦੁੱਖਾਂ ਨੂੰ ਸਮਝਦੇ ਨੇ। ਜਿਸ ਤਰ੍ਹਾਂ ਉਹਨਾਂ ਦਾ ਸਾਮੂਹਿਕ ਹੱਤਿਆ ਦਾ ਸਾਰਾ ਸੀਨ ਦੇਖਦੇ ਨੇ, ਜੈਨੋਸਾਈਡ ਸਾਰਾ ਚੱਲਦਾ, ਉਹ ਘਬਰਾਉਂਦੇ ਵੀ ਨੇ, ਸੋਚਦੇ ਵੀ ਨੇ। ਔਰ ਇਸ ਚੀਜ਼ ਦਾ ਡਰ ਵੀ ਹੈ ਕਿ ਕੱਲ੍ਹ ਨੂੰ ਇਹ ਚੀਜ਼ ਸਾਡੇ ਨਾਲ ਵੀ ਹੋ ਸਕਦੀ ਆ, ਕਿਉਂਕਿ ਦੁਸ਼ਮਣ ਚੁੱਪ ਨਹੀਂ ਬੈਠਦਾ, ਦੁਸ਼ਮਣ ਬਦਲਾ ਲੈਂਦਾ। ਇਹ ਅਸੀਂ ਸਾਰੇ ਜਾਣਦੇ ਹਾਂ, ਇਹ ਹਿਊਮਨ ਸਾਈਕੀ ਆ। ਨਾਓ ਜੋ ਲੋਕ
ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੂੰ ਪਸੰਦ ਨਹੀਂ ਕਰਦੇ, ਉਹ ਇਸ ਜੰਗ ਦੇ ਖਿਲਾਫ ਬੋਲਦੇ ਨੇ, ਉਹਨਾਂ ਦਾ ਫਿਊਚਰ ਕੀ ਹੋ ਸਕਦਾ ਹੈ? ਕਿਉਂਕਿ ਮੀਡੀਆ ਤਾਂ ਉਹੀ ਭਾਸ਼ਾ ਬੋਲਦਾ ਜੋ ਗਵਰਨਮੈਂਟ ਦੀ ਭਾਸ਼ਾ ਹੈ। ਗਵਰਨਮੈਂਟ ਦਾ ਨੈਰੇਟਿਵ ਸੈੱਟ ਕੀਤਾ ਹੋਇਆ ਹੈ, ਮੀਡੀਆ ਉਸ ਨੂੰ ਪ੍ਰਮੋਟ ਕਰਦਾ ਹੈ। ਔਰ ਜੋ ਲੋਕ ਇਸ ਵਾਰ ਨੂੰ ਅਪੋਜ਼ ਕਰਦੇ ਨੇ, ਉਹਦੇ ਖਿਲਾਫ ਨੇ, ਐਡਮਿਨਿਸਟ੍ਰੇਸ਼ਨ ਆਫ ਨੇਤਨਯਾਹੂ ਦੇ ਖਿਲਾਫ ਨੇ, ਉਹਨਾਂ ਦਾ ਫਿਊਚਰ ਕੀ ਹੋ ਸਕਦਾ ਜਦੋਂ ਇਹ ਜੰਗ ਬੰਦੀ ਹੋ ਜਾਂਦੀ ਹੈ, ਸੀਜ਼ਫਾਇਰ ਹੋ ਸਕਦੀ ਹੈ। ਨਾਓ ਇਹ ਵੀ ਕੁਐਸਚਨ ਬਣਦਾ ਕਿ ਨੇਤਨਯਾਹੂ ਦੀ ਐਡਮਿਨਿਸਟ੍ਰੇਸ਼ਨ ਉਹਨਾਂ ਲੋਕਾਂ ਨੂੰ ਲੱਭ ਕੇ ਪੁੱਛੇਗੀ, ਉਹਨਾਂ ਉੱਤੇ ਇਨਕੁਆਇਰੀਆਂ ਚੱਲਣਗੀਆਂ, ਉਹਨਾਂ ਨੂੰ ਪੁੱਛਿਆ ਜਾਏਗਾ ਜਾਂ ਬਖਸ਼ ਦਿੱਤਾ ਜਾਏਗਾ? ਇਹ ਸਾਰੇ ਤਮਾਮ ਤਰ੍ਹਾਂ ਦੇ ਸਵਾਲ ਬਣਦੇ ਨੇ, ਕਿਉਂਕਿ ਜਦੋਂ ਇੱਕ ਇਨਸਾਨ ਡਿਕਟੇਟਰ ਦਾ ਰੂਪ ਧਾਰਨ ਕਰ ਲੈਂਦਾ ਹੈ, ਉਦੋਂ ਫਿਰ ਉਹ ਜੋ ਵੀ ਉਹਦੇ ਖਿਲਾਫ ਹੁੰਦਾ ਉਹਨੂੰ ਬਖਸ਼ਦਾ ਨਹੀਂ। ਨੇਤਨਯਾਹੂ ਆਪਣੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਈ ਮੰਤਰੀਆਂ ਨੂੰ ਚੇਂਜ ਕਰ ਚੁੱਕੇ ਨੇ, ਆਫਿਸਰਸ ਨੂੰ ਚੇਂਜ ਕਰ ਚੁੱਕੇ ਨੇ। ਲਾਈਕਵਾਈਜ਼ ਯੂਕਰੇਨ ਦੇ ਵਿੱਚ ਵੀ ਆ। ਜ਼ੈਲੈਂਸਕੀ ਨੂੰ ਹੁਣ ਲੋਕ ਉਹਨਾਂ ਕਿਤੇ ਪਸੰਦ ਨਹੀਂ ਕਰਦੇ ਜਿੰਨਾ ਪਹਿਲਾਂ ਪਸੰਦ ਕਰਦੇ ਸੀ 2-2.5 ਸਾਲ ਪਹਿਲਾਂ। ਉਹ ਵੀ ਚੇਂਜਸ ਕਰਦੇ ਰਹਿੰਦੇ, ਜੋ ਉਹਨਾਂ ਨੂੰ ਪਸੰਦ ਨਹੀਂ ਕਰਦੇ ਜਾਂ ਜੋ ਉਹਨਾਂ ਦੇ ਖਿਲਾਫ ਬੋਲਦੇ ਨੇ, ਉਹਨਾਂ ਦੀ ਪਾਲਿਸੀ ਦੇ ਖਿਲਾਫ ਬੋਲਦੇ ਨੇ, ਚੇਂਜ ਕਰ ਦਿਓ ਜੀ, ਮੇਰੀ ਹਾਂ 'ਚ ਹਾਂ ਮਿਲਣੀ ਚਾਹੀਦੀ ਹੈ। ਮਤਲਬ ਜੇ ਅਸੀਂ ਇਤਿਹਾਸ ਦੇਖੀਏ ਤਾਂ ਹਿਟਲਰ ਕਿਤੇ ਨਾ ਕਿਤੇ ਇਸੇ ਸੋਚਦੇ ਹੀ ਸੀ। ਸੋ ਇਹ ਸਾਰੀ ਸੁਸਾਇਟੀ ਕੀ ਬਣ ਰਹੀ ਹੈ, ਪੂਰਾ ਵਰਲਡ ਦਾ ਸਿਨੈਰੀਓ ਕੀ ਬਣ ਰਿਹਾ, ਇਹ ਤੇ ਹੁਣ ਨਵੰਬਰ 5 ਤੋਂ ਬਾਅਦ ਕਲੀਅਰ ਹੋਏਗਾ ਕਿ ਜਦੋਂ ਰਿਜ਼ਲਟ ਆਉਣਗੇ ਤੇ ਇਹ ਪਾਵਰ ਸ਼ਿਫਟ ਕਿੱਧਰ ਨੂੰ ਜਾਂਦੀ ਆ। ਨਾਓ ਅਸੀਂ ਆਪਣੀਆਂ ਗੱਲਾਂ ਬਾਤਾਂ 'ਚ ਇੱਕ ਗੱਲ ਕੀਤੀ ਕਿ ਬੈਕ ਟੂ ਬੈਕ ਕੁਦਰਤੀ ਆਫਤਾਂ ਵੀ ਚੱਲਦੀ ਪਈ ਆ ਅਮਰੀਕਾ ਦੇ ਵਿੱਚ, ਹਰੀਕੇਨ 6 ਸਟੇਟਸ ਦੇ ਵਿੱਚ ਨੈਚੁਰਲ ਡਿਜ਼ਾਸਟਰ। ਹੁਣ ਇਹ ਗਲੋਬਲ ਵਾਰਮਿੰਗ ਆ, ਜੋ ਕਲਾਈਮੇਟ ਚੇਂਜ ਦੀ ਆਪਾਂ ਗੱਲ ਕਰਦੇ ਆ ਨਾ, ਇਹ ਉਹਦਾ ਨਤੀਜਾ ਹੈ। ਇਹ ਕਲਾਈਮੇਟ ਚੇਂਜ ਕਰਕੇ ਇਹ ਜਿਹੜਾ ਸਟਾਰਮ ਹੈ, ਇਹਦੀ ਇੰਟੈਂਸਿਟੀ ਵੱਧਦੀ ਜਾ ਰਹੀ ਆ, ਇਹਦੀ ਸਪੀਡ ਵੱਧਦੀ ਜਾ ਰਹੀ ਆ, ਇਹਦੀ ਫ੍ਰੀਕੁਐਂਸੀ ਵੱਧਦੀ ਜਾ ਰਹੀ ਹੈ, ਇਹਦਾ ਇੰਪੈਕਟ ਵੱਧਦਾ ਜਾ ਰਿਹਾ, ਇਹਦਾ ਸਾਈਜ਼ ਵੱਧਦਾ ਜਾ ਰਿਹਾ। ਗਲੋਬਲ ਵਾਰਮਿੰਗ, ਕਲਾਈਮੇਟ ਚੇਂਜ, ਇੱਕ ਕੁਦਰਤੀ ਆਫਤਾਂ ਦੇ ਵਿੱਚ ਅਸੀਂ ਵੀ ਸਹਾਇਕ ਹੋ ਜਾਂਦੇ ਹਾਂ ਜਦੋਂ ਅਸੀਂ ਕੁਦਰਤ ਦੇ ਨਾਲ ਛੇੜਛਾੜ ਕਰਦੇ ਹਾਂ। ਸੋ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਹਮੇਸ਼ਾ ਕਲਾਈਮੇਟ ਚੇਂਜ ਦੇ ਉੱਤੇ ਗੱਲ ਕਰਦੀ ਰਹੀ ਆ, ਔਰ ਇਹ ਅੱਜ ਤੋਂ ਨਹੀਂ 20-25-30 ਸਾਲ ਤੋਂ ਗੱਲਾਂ ਚੱਲਦੀਆਂ ਪਈਆਂ ਨੇ, ਹੋ ਸਕਦਾ 50 ਸਾਲ ਤੋਂ ਹੀ ਚੱਲਦੀਆਂ ਪਈਆਂ ਨੇ ਕਿ ਬਈ ਇੱਦਾਂ ਦੀ ਪਾਵਰ ਜੋ ਕੁਦਰਤ ਦੀ ਪਾਵਰ ਹੈ ਉਹ ਨਾਲ ਛੇੜਖਾਨੀ ਨਾ ਕਰੋ, ਇਹ ਕਲਾਈਮੇਟ ਚੇਂਜ ਬਹੁਤ ਮਹਿੰਗੀ ਪੈਣੀ ਹੈ ਔਰ ਮਹਿੰਗੀ ਪੈ ਰਹੀ ਹੈ। ਗਲੋਬਲ ਵਾਰਮਿੰਗ ਅਸੀਂ ਦੇਖਦੇ ਹਾਂ। ਸੋ ਇਹ ਕੁਝ ਇਸ਼ੂਜ਼ ਨੇ ਜਿਨ੍ਹਾਂ ਉੱਤੇ ਪੂਰੀ ਦੁਨੀਆ ਦਾ ਧਿਆਨ ਜਾਂਦਾ ਹੈ, ਔਰ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੀ ਇਹ ਸਾਲਾਨਾ ਸਮਿਟ ਹੁੰਦੀ ਹੈ ਉਹਦੇ ਵਿੱਚ ਇਹਨਾਂ ਇਸ਼ੂਜ਼ ਦੇ ਉੱਤੇ ਗੱਲ ਕੀਤੀ ਗਈ ਹੈ। ਕਲਾਈਮੇਟ ਚੇਂਜ ਇੱਕ ਮੇਜਰ ਇਸ਼ੂ ਰਿਹਾ ਹੈ, ਔਰ ਇੱਕ ਪ੍ਰਪੋਜ਼ਲ ਇਹ ਵੀ ਹੈ ਕਿ ਪੂਰੀ ਦੁਨੀਆ ਦੇ ਮੁਲਕ ਮਿਲ ਕੇ ਇੱਕ ਇੱਦਾਂ ਦਾ ਫੰਡ ਤਿਆਰ ਕਰਨ, ਇੱਕ ਇੱਦਾਂ ਦਾ ਬੈਂਕ ਤਿਆਰ ਕਰਨ ਜਿਹਦੇ ਵਿੱਚ ਹਰ ਮੁਲਕ ਆਪਣੇ ਮੁਤਾਬਿਕ ਉਹਦੇ 'ਚ ਪੈਸੇ ਪਾਵੇ, ਔਰ ਅਮੀਰ ਮੁਲਕ ਜ਼ਿਆਦਾ ਪੈਸੇ ਪਾਣ, ਗਰੀਬ ਮੁਲਕ ਆਪਣੇ ਮੁਤਾਬਿਕ ਪਾਣ, ਉਹ ਸਾਰੇ ਫੰਡ ਦਾ ਇਸਤੇਮਾਲ ਕੀਤਾ ਜਾਵੇ ਇਸ ਥਾਂ ਦੇ ਉੱਤੇ ਜਿੱਥੇ ਜਿੱਥੇ ਵੀ ਕੁਦਰਤੀ ਆਫਤ ਹੈਗੀ ਹੈ, ਕੁਦਰਤ ਨੂੰ ਸੰਭਾਲਣ ਦੇ ਵਿੱਚ, ਕਲਾਈਮੇਟ ਚੇਂਜ ਨੂੰ ਠੀਕ ਕਰਨ ਦੇ ਵਿੱਚ ਉਹਦਾ ਇਸਤੇਮਾਲ ਕੀਤਾ ਜਾਵੇ। ਸੋ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦੇ ਮੁੱਦੇ ਜੋ ਸਾਡੇ ਸਾਰਿਆਂ ਦੇ ਸਾਂਝੇ ਮੁੱਦੇ ਨੇ, ਉਹਨਾਂ ਵਿੱਚ ਕਈ ਮੁੱਦੇ ਐਸੇ ਨੇ ਜੋ ਵਾਕਈ ਸਾਡਾ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਨੇ। ਅਫਰੀਕਾ ਦਾ ਮੁੱਦਾ ਹੈ, ਉਹਦੀਆਂ ਜੋ ਪ੍ਰੋਬਲਮਸ ਨੇ, ਉਹਦਾ ਜੋ ਨੈਚੁਰਲ ਸਰਮਾਇਆ ਹੈ ਉਹਦਾ ਇਸਤੇਮਾਲ ਕਿੱਦਾਂ ਕੀਤਾ ਜਾਵੇ, ਕਿਉਂਕਿ ਕੁਦਰਤੀ ਖਜ਼ਾਨੇ ਬਹੁਤ ਨੇ ਪਰ ਉੱਥੇ ਗਰੀਬੀ ਹੈ। ਉਹ ਸਾਰੀ ਜੋ ਸਿਚੁਏਸ਼ਨ ਹੈ ਉਹਦੇ ਨਾਲ ਕਿੱਦਾਂ ਨਜਿੱਠਿਆ ਜਾਵੇ ਤਾਂ ਕਿ ਅਫਰੀਕਾ ਦੇ ਨਾਲ ਪੂਰੀ ਦੁਨੀਆ ਦਾ ਵੀ ਭਲਾ ਹੋ ਸਕੇ। ਏਜਿੰਗ ਪ੍ਰੋਬਲਮ ਨੂੰ ਡਿਸਕਸ ਕੀਤਾ ਗਿਆ ਕਿ ਲੋਕ ਜ਼ਿਆਦਾ ਬੁੱਢੇ ਹੋ ਰਹੇ ਨੇ, ਬਜ਼ੁਰਗ ਹੋ ਰਹੇ ਨੇ, ਜਵਾਨ ਘਟ ਰਹੇ ਨੇ, ਤਾਂ ਜਿਹੜੀ ਏਜਿੰਗ ਪ੍ਰੋਬਲਮ ਹੈ ਉਸ ਕਰਕੇ ਬਿਮਾਰੀਆਂ ਵੀ ਹੁੰਦੀਆਂ ਨੇ, ਉਹਦੇ ਨਾਲ ਕਿੱਦਾਂ ਟੈਕਲ ਕੀਤਾ ਜਾਵੇ। ਏਡਜ਼ ਵਰਗੀਆਂ ਬਿਮਾਰੀਆਂ, ਹੋਰ ਜਿੱਦਾਂ ਹੁਣ ਅਸੀਂ ਦੇਖਿਆ ਸੀ ਵਾਇਰਸ 19 ਆਇਆ ਹੈ ਨਾ, ਕਰੋਨਾ ਵਾਇਰਸ, ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ, ਇਸ ਤੋਂ ਕਿੱਦਾਂ ਬਚਾਇਆ ਜਾਵੇ ਪੂਰੀ ਦੁਨੀਆ ਨੂੰ। ਐਟੋਮਿਕ ਐਨਰਜੀ ਦਾ ਇਸਤੇਮਾਲ ਕਿੱਦਾਂ ਕੀਤਾ ਜਾਵੇ ਸਹੀ ਤਰੀਕੇ ਦੇ ਨਾਲ, ਤਾਂ ਕਿ ਜੰਗਾਂ ਦੇ ਵਿੱਚ ਸਾਇੰਸ ਦਾ ਇਸਤੇਮਾਲ ਇਸ ਲੈਵਲ 'ਤੇ ਨਾ ਹੋਵੇ ਕਿ ਇੱਕ ਸਮੂਹਿਕ ਜਿਹਨੂੰ ਕਹਿੰਦੇ ਆ ਹੱਤਿਆ ਹੋ ਜਾਵੇ, ਜੋਨੋਸਾਈਡ ਹੋ ਜਾਵੇ। ਮਤਲਬ ਇੰਨੇ ਪਾਵਰਫੁਲ ਤੁਸੀਂ ਵੈਪਨ ਬਣਾਉਂਦੇ ਹੋ ਤਾਂ ਐਟੋਮਿਕ ਐਨਰਜੀ ਦਾ ਇਸਤੇਮਾਲ ਐਟਮ ਬੰਬ ਦੇ ਵਾਸਤੇ ਨਾ ਕੀਤਾ ਜਾਵੇ, ਨਿਊਕਲੀਅਰ ਪਾਵਰ ਦਾ ਇਸਤੇਮਾਲ ਐਨਰਜੀ ਵਾਸਤੇ ਕੀਤਾ ਜਾਵੇ, ਲੋਕਾਂ ਦੀ ਭਲਾਈ ਵਾਸਤੇ, ਜਿਵੇਂ ਇਲੈਕਟ੍ਰਿਸਿਟੀ ਪੈਦਾ ਹੋਈ, ਹੋਰ ਵੀ ਕਈ ਕੰਮ ਹੋ ਸਕਦੇ ਨੇ। ਐਨਰਜੀ ਹੈ, ਐਟੋਮਿਕ ਐਨਰਜੀ ਹੈ, ਉਸ ਦਾ ਪੋਜ਼ਿਟਿਵ ਇਸਤੇਮਾਲ ਕਿੱਦਾਂ ਕੀਤਾ ਜਾਵੇ। ਔਰ ਸਸਟੇਨੇਬਲ ਡਿਵੈਲਪਮੈਂਟ, ਨੌਕਰੀਆਂ ਕਿੱਦਾਂ ਪੈਦਾ ਕੀਤੀਆਂ ਜਾਣ ਤਾਂ ਕਿ ਸਭ ਦੇ ਕੋਲ ਨੌਕਰੀਆਂ ਹੋਣ, ਇੱਕ ਵਧੀਆ ਲਾਈਫ ਹੋਵੇ। ਨੌਕਰੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਭ ਦੇ ਕੋਲ, ਕਿਉਂਕਿ ਪੈਸੇ ਦਾ ਫਲੋ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹਦੇ ਨਾਲ ਹੀ ਇਕਨੋਮੀ ਸਰਵਾਈਵ ਕਰਦੀ ਹੈ। ਬੱਚਿਆਂ ਦੀ ਤੇ ਜਵਾਨਾਂ ਦੀ ਸੇਫਟੀ ਕਿੱਦਾਂ ਕੀਤੀ ਜਾਵੇ,
ਔਰ ਖਾਸ ਕਰਕੇ ਆਨਲਾਈਨ ਵੀ, ਕਿਉਂਕਿ ਆਨਲਾਈਨ ਵੀ ਉਹਨਾਂ ਨੂੰ ਕਈ ਤਰ੍ਹਾਂ ਦੇ ਖਤਰੇ ਹੈਗੇ ਨੇ। ਇੰਟਰਨੈਟ ਦਾ ਜ਼ਮਾਨਾ ਹੈ, ਤਾਂ ਉਹਨਾਂ ਨੂੰ ਕਿੱਦਾਂ ਬਚਾ ਕੇ ਰੱਖਿਆ ਜਾਵੇ, ਬੱਚਿਆਂ ਨੂੰ ਕਿੱਦਾਂ ਬਚਾਇਆ ਜਾਵੇ, ਉਹਨਾਂ ਦਾ ਭੋਜਨ, ਪੌਸ਼ਟਿਕ ਭੋਜਨ, ਉਹਨਾਂ ਦੀ ਖੁਰਾਕ ਦੇ ਨਾਲ ਨਾਲ ਉਹਨਾਂ ਦੀ ਐਜੂਕੇਸ਼ਨ, तमाम ਉਹ ਚੀਜ਼ਾਂ ਜੋ ਬੱਚੇ ਦੀ ਸਹੀ ਪਰਵਰਿਸ਼ ਵਾਸਤੇ ਚਾਹੀਦੀਆਂ ਨੇ, ਕਿੱਦਾਂ ਕੀਤੀ ਜਾਵੇ। ਕਲਾਈਮੇਟ ਚੇਂਜ ਦਾ ਇਸ਼ੂ ਆਪਾਂ ਹਮੇਸ਼ਾ ਹੀ ਡਿਸਕਸ ਕਰਦੇ ਹਾਂ ਆਪਣੇ ਪਲੇਟਫਾਰਮ ਤੋਂ। ਔਰ ਟੈਰਰਿਜ਼ਮ, ਜੋ ਅੱਤਵਾਦ ਪੂਰੀ ਦੁਨੀਆ 'ਚ ਫੈਲਿਆ ਹੋਇਆ ਹੈ, ਉਹਦਾ ਕੀ ਇਲਾਜ ਕੀਤਾ ਜਾਵੇ ਔਰ ਉਹਨੂੰ ਕਿੱਦਾਂ ਜੜ ਤੋਂ ਖਤਮ ਕੀਤਾ ਜਾਵੇ। ਅੱਤਵਾਦ ਦੇ ਕਈ ਰੂਪ ਨੇ, ਉਹਨਾਂ ਸਾਰੇ ਰੂਪਾਂ ਨੂੰ ਪਛਾਣਿਆ ਜਾਵੇ। ਡੀਕੋਲੋਨਾਈਜੇਸ਼ਨ ਮਤਲਬ ਇੱਕ ਦੇਸ਼ ਦੂਸਰੇ ਦੇਸ਼ ਦੇ ਉੱਤੇ ਹਾਵੀ ਹੋ ਕੇ ਉਹਨੂੰ ਆਪਣੀ ਕਲੋਨੀ ਬਣਾਉਣਾ ਚਾਹੁੰਦਾ, ਆਪਣੇ ਅੰਡਰ ਕਰਨਾ ਚਾਹੁੰਦਾ ਹੈ, ਚਾਹੇ ਉਹ ਇਕਨੋਮਿਕਲੀ ਕਰਨਾ ਚਾਹੁੰਦਾ ਹੈ। ਇਸ ਨੂੰ ਸਟਾਪ ਕੀਤਾ ਜਾਵੇ, ਇਸ ਨੂੰ ਰੋਕਿਆ ਜਾਵੇ, ਕਿਉਂਕਿ ਜੋ ਅਸੀਂ ਗੱਲ ਕਰਦੇ ਹਾਂ ਫਰੀडम ਦੀ, ਅਸੀਂ ਗੱਲ ਕਰਦੇ ਹਾਂ ਸਰਵਾਈਵਲ ਦੀ, ਉਹ ਸਭ ਦਾ ਨੈਚੁਰਲ ਹੱਕ ਹੈ। ਆਜ਼ਾਦੀ ਸਭ ਦਾ ਪੈਦਾਇਸ਼ੀ ਹੱਕ ਹੈ, ਕੁਦਰਤੀ ਹੱਕ ਹੈ। ਇਸ ਕਰਕੇ ਦੂਸਰੇ ਨੂੰ, ਕਿਸੇ ਹੋਰ ਨੂੰ ਆਪਣੇ ਅੰਡਰ ਨਹੀਂ ਕਰਨਾ ਚਾਹੀਦਾ। ਡੈਮੋਕ੍ਰੇਸੀ, ਲੋਕਤੰਤਰ ਦੁਨੀਆ ਦਾ ਸਭ ਤੋਂ ਵਧੀਆ ਸਿਸਟਮ, ਔਰ ਮਾਡਰਨ ਟਾਈਮ ਦੀ ਡੈਮੋਕ੍ਰੇਸੀ ਦੀ ਪਰਿਭਾਸ਼ਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਤੋਂ ਸ਼ੁਰੂ ਹੁੰਦੀ ਹੈ। ਸੋ ਡੈਮੋਕ੍ਰੇਸੀ ਨੂੰ ਪੂਰੀ ਦੁਨੀਆ ਦੇ ਵਿੱਚ ਕਿੱਦਾਂ ਬਚਾ ਕੇ ਰੱਖਿਆ ਜਾਵੇ, ਕਿਉਂਕਿ ਐਕਸਪਰਟਸ ਕਹਿੰਦੇ ਨੇ 100% ਡੈਮੋਕ੍ਰੇਸੀ ਅੱਜ ਕਿਸੇ ਵੀ ਮੁਲਕ ਦੇ ਵਿੱਚ ਨਹੀਂ ਹੈ। ਡਿਸਆਰਮਾਮੈਂਟ, ਕਿ ਜੋ ਸਾਰੀ ਦੁਨੀਆ ਦੇ ਵਿੱਚ ਹਥਿਆਰਾਂ ਦਾ ਦੌਰ ਚੱਲਦਾ ਪਿਆ ਹੈ, ਉਹਨੂੰ ਠੱਲ ਕਿਵੇਂ ਪਾਈ ਜਾਵੇ, ਉਹਨੂੰ ਕਿਵੇਂ ਰੋਕਿਆ ਜਾਵੇ, ਗਰੀਬੀ ਕਿਵੇਂ ਖਤਮ ਕੀਤੀ ਜਾਵੇ, ਭੋਜਨ ਦੀ ਸਮੱਸਿਆ ਦਾ ਹੱਲ ਕਿੱਦਾਂ ਕੀਤਾ ਜਾਵੇ, ਔਰ ਸਭ ਨੂੰ ਬਰਾਬਰ ਕਿੱਦਾਂ ਕੀਤਾ ਜਾਵੇ। ਔਰਤਾਂ, ਪੁਰਸ਼ ਔਰ ਜੋ ਥਰਡ ਜੈਂਡਰ ਹੈ ਉਸ ਨੂੰ ਵੀ ਬਰਾਬਰ ਦੇ ਹੱਕ ਕਿਵੇਂ ਮਿਲਣ, ਸਭ ਨੂੰ ਇਕੁਅਲ ਕਿਵੇਂ ਰੱਖਿਆ ਜਾਵੇ। ਹੈਲਥ ਇਸ਼ੂਜ਼ ਨੂੰ, ਹੈਲਥ ਕੇਅਰ ਨੂੰ ਕਿੱਦਾਂ ਟੈਕਲ ਕੀਤਾ ਜਾਵੇ। ਹਿਊਮਨ ਰਾਈਟਸ ਨੂੰ ਕਿੱਦਾਂ ਬਚਾ ਕੇ ਰੱਖਿਆ ਜਾਵੇ, ਕਿਉਂਕਿ ਹਿਊਮਨ ਰਾਈਟਸ ਕੁਦਰਤੀ ਰਾਈਟਸ ਨੇ ਜੋ ਹਰੇਕ ਦੇ ਹੁੰਦੇ ਨੇ, ਇੱਥੋਂ ਤੱਕ ਕਿ ਜੀਵ ਜੰਤੂਆਂ ਦੇ, ਪ੍ਰਕਿਰਤੀ ਦੇ ਵੀ ਹੁੰਦੇ ਨੇ। ਉਹਨਾਂ ਰਾਈਟਸ ਨੂੰ ਕਿੱਦਾਂ ਬਚਾ ਕੇ ਰੱਖਿਆ ਜਾਵੇ ਤਾਂ ਕਿ ਕੋਈ ਕਿਸੇ ਨੂੰ ਕਿਸੇ ਪ੍ਰਕਾਰ ਦਾ, ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਵੇ। ਇੰਟਰਨੈਸ਼ਨਲ ਲਾਅ ਐਂਡ ਜਸਟਿਸ ਇੱਦਾਂ ਕਿੱਦਾਂ ਮੇਨਟੇਨ ਕੀਤਾ ਜਾਵੇ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਲਾਅਜ਼ ਨੇ, ਵੱਖ-ਵੱਖ ਨਿਯਮ ਨੇ, ਉਹਨਾਂ ਦੇ ਵਿੱਚ ਇਕਸਾਰਤਾ ਕਿੱਦਾਂ ਪੈਦਾ ਕੀਤੀ ਜਾਵੇ ਤਾਂ ਕਿ ਇੱਕ ਦੇਸ਼ ਤੋਂ ਦੂਜੇ ਦੇਸ਼ 'ਚ ਜਾ ਕੇ ਜਦੋਂ ਲੋਕ ਵਸਦੇ ਨੇ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇੰਟਰਨੈਸ਼ਨਲ ਮਾਈਗ੍ਰੇਸ਼ਨ ਨੂੰ ਸਪੋਰਟ ਕਰਦੇ ਹੋਏ ਲਾਅਜ਼ ਹੋਣ ਔਰ ਉਹਨਾਂ ਦੇ ਵੀ ਹਿਊਮਨ ਰਾਈਟਸ ਦਾ ਧਿਆਨ ਰੱਖਿਆ ਜਾਵੇ ਜੋ ਮਾਈਗ੍ਰੇਟ ਹੋ ਕੇ ਆਏ ਨੇ। ਪ੍ਰਵਾਸੀਆਂ ਦੀ ਗੱਲ ਇੱਥੇ ਕੀਤੀ ਜਾ ਰਹੀ ਹੈ। ਨਾਓ ਕਲਾਈਮੇਟ ਚੇਂਜ ਦੇ ਨਾਲ ਨਾਲ ਸਮੁੰਦਰਾਂ ਦੇ ਕੀ ਰਾਈਟਸ ਬਣਦੇ ਨੇ, ਵਾਟਰ ਬੋਡੀਜ਼ ਦੇ ਕੀ ਰਾਈਟਸ ਬਣਦੇ ਨੇ, ਰਿਵਰਸ ਦੇ ਕੀ ਰਾਈਟਸ ਬਣਦੇ ਨੇ, ਕਿਉਂਕਿ ਅਸੀਂ ਜ਼ਹਿਰੀਲਾ ਕਰ ਦਿੱਤਾ ਹੈ ਪਾਣੀਆਂ ਨੂੰ, ਹਵਾ ਨੂੰ। ਯੂਕਰੇਨ ਦੇ ਵਿੱਚ ਇਹੀ ਪ੍ਰੋਬਲਮ ਆ ਰਹੀ ਹੈ। ਵਾਰ 2.5 ਸਾਲ ਹੋ ਗਏ ਨੇ, ਪਾਣੀ ਗੰਦਾ, ਜ਼ਹਿਰ ਜ਼ਮੀਨ ਦੇ ਵਿੱਚ, ਥਾਂ ਥਾਂ ਦੇ ਉੱਤੇ ਮਾਈਨਸ ਵਿਛੀਆਂ ਹੋਈਆਂ ਨੇ ਜੋ ਦੁਸ਼ਮਣਾਂ ਵਾਸਤੇ ਵਿਛਾਈਆਂ ਔਰ ਸਿਵਿਲੀਅਨਸ ਦੀ ਵੀ ਜਾਨ ਲੈ ਸਕਦੀਆਂ ਨੇ ਜੇ ਕਿਤੇ ਗਲਤੀ ਨਾਲ ਉਹਨਾਂ ਦਾ ਪੈਰ ਉਹਦੇ ਉੱਤੇ ਆ ਗਿਆ ਸੀਜ਼ ਫਾਇਰ ਤੋਂ ਬਾਅਦ। ਹਵਾ ਵੀ ਗੰਦੀ ਹੋ ਚੁੱਕੀ ਹੈ। ਮਤਲਬ ਇਹ ਕਲਾਈਮੇਟ ਚੇਂਜ, ਇਹ ਉਸ ਤੋਂ ਬਾਅਦ ਜੋ ਹਿਊਮਨਸ ਦੀ, ਇਨਸਾਨਾਂ ਦੀ ਛੇੜਛਾੜ ਹੈ ਕੁਦਰਤ ਦੇ ਨਾਲ, ਤਾਂ ਇਹ ਜਿਹੜੀਆਂ ਵਾਟਰ ਬੋਡੀਜ਼ ਨੇ, ਓਸ਼ਨਸ ਨੇ, ਸਮੁੰਦਰ ਨੇ, ਦਰਿਆ ਨੇ, ਇਹਨਾਂ ਨੂੰ ਕਿੱਦਾਂ ਸਾਫ਼ ਸੁਥਰਾ ਰੱਖਿਆ ਜਾਵੇ। ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਤੇ ਸੁਰੱਖਿਆ, ਪੀਸ ਐਂਡ ਸਿਕਿਉਰਿਟੀ, ਉਸ ਨੂੰ ਕਿੱਦਾਂ ਮੇਨਟੇਨ ਕੀਤਾ ਜਾਵੇ। ਔਰ ਸਭ ਤੋਂ ਵੱਡੀ ਗੱਲ, ਪਾਪੂਲੇਸ਼ਨ ਦੇ ਉੱਤੇ ਕੰਟਰੋਲ ਕਿੱਦਾਂ ਕੀਤਾ ਜਾਵੇ, ਕਿਉਂਕਿ ਕੋਈ ਵੀ ਸਕੀਮ, ਕੋਈ ਵੀ ਪਾਲਿਸੀ ਪਾਪੂਲੇਸ਼ਨ ਦੇ ਉੱਤੇ ਆ ਕੇ ਫੇਲ ਹੋ ਜਾਂਦੀ ਹੈ। ਪਾਪੂਲੇਸ਼ਨ ਵੱਧਦੀ ਜਾ ਰਹੀ ਹੈ ਤਾਂ ਪਾਲਿਸੀ ਸਕੀਮ ਉਹਨਾਂ ਮੇਨਟੇਨ ਨਹੀਂ ਕਰ ਸਕਦੀ, ਇਸ ਕਰਕੇ ਉਹ ਫੇਲ ਹੋ ਜਾਂਦੀ ਹੈ। ਰਿਫਿਊਜੀਜ਼ ਦੀ ਸਮੱਸਿਆ, ਜਿਹੜੇ ਇੱਕ ਥਾਂ ਤੋਂ ਡਿਸਪਲੇਸਮੈਂਟ ਤੋਂ ਬਾਅਦ ਦੂਸਰੀ ਥਾਂ ਜਾਂਦੇ ਨੇ, ਜਿਵੇਂ ਹੁਣ ਯੂਕਰੇਨ ਤੇ ਗਾਜ਼ਾ ਵਾਰ ਤੋਂ ਬਾਅਦ ਥਾਂ ਥਾਂ ਤੋਂ ਲੋਕ ਥਾਂ ਥਾਂ ਤੇ ਜਾ ਕੇ ਰਿਫਿਊਜੀ ਬਣੇ ਹੋਏ ਨੇ, ਉਹਨਾਂ ਦੀ ਸਮੱਸਿਆ ਨੂੰ ਕਿੱਦਾਂ ਹੱਲ ਕੀਤਾ ਜਾਵੇ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਕਾਇਮ ਹੋਵੇ। ਵਾਰਸ ਨਹੀਂ ਹੋਣੀ ਚਾਹੀਦੀਆਂ। ਵਾਰ ਫ੍ਰੀ ਐਂਡ ਕ੍ਰਾਈਮ ਫ੍ਰੀ ਵਰਲਡ ਸੋਸਾਇਟੀ, ਇਹ ਕਿੱਦਾਂ ਪੋਸੀਬਲ ਹੋ ਸਕਦਾ ਹੈ। ਪਾਣੀ ਦੀ ਸਮੱਸਿਆ, ਕਿਉਂਕਿ ਪਾਣੀ ਘਟਦਾ ਜਾ ਰਿਹਾ ਹੈ, ਪਾਣੀ ਬਰਬਾਦ ਅਸੀਂ ਬਹੁਤ ਕਰਦੇ ਹਾਂ, ਪਾਣੀ ਦੇ ਪ੍ਰਤੀ ਕਿੱਦਾਂ ਜਾਗਰੂਕ ਹੋਇਆ ਜਾਵੇ। ਔਰ ਸਭ ਤੋਂ ਵੱਡੀ ਗੱਲ, ਜਵਾਨ ਲੋਕਾਂ ਨੂੰ ਕਿੱਦਾਂ ਚੈਨਲਾਈਜ਼ ਕੀਤਾ ਜਾਵੇ ਤਾਂ ਕਿ ਜਵਾਨੀ ਕਿਤੇ ਗਲਤ ਰਾਹ 'ਤੇ ਨਾ ਪੈ ਜਾਵੇ। ਜਵਾਨੀ ਹਮੇਸ਼ਾ ਨੇਸ਼ਨ ਫਾਰਮੇਸ਼ਨ ਵਾਸਤੇ ਹੋਵੇ, ਰਾਸ਼ਟਰ ਦੇ ਨਿਰਮਾਣ ਵਾਸਤੇ ਹੋਵੇ, ਦੁਨੀਆ ਦੇ ਨਿਰਮਾਣ ਵਾਸਤੇ ਹੋਵੇ, ਤਬਾਹੀ ਵਾਸਤੇ ਨਾ ਹੋਵੇ। ਇਹ ਸਾਰੇ ਮੁੱਦੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੇ ਵੀ ਡਿਸਕਸ ਕੀਤੇ ਜਦੋਂ ਜੋ ਬਾਈਡਨ ਸੰਬੋਧਿਤ ਕਰਦੇ ਨੇ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦੀ ਸਾਰੀ ਕਮਿਊਨਿਟੀ ਨੂੰ, ਜੋ ਇੰਟਰਨੈਸ਼ਨਲ ਵਰਲਡ ਇੰਟਰਨੈਸ਼ਨਲ ਲੀਡਰ 100 ਤੋਂ ਵੱਧ ਬੈਠੇ ਹੋਏ ਨੇ, ਜੋ ਬਾਈਡਨ ਉਹਨਾਂ ਨੂੰ ਇਹ ਸਾਰੀਆਂ ਸਮੱਸਿਆਵਾਂ ਬਾਰੇ ਗੱਲਬਾਤ ਕਰਦੇ ਨੇ। ਔਰ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਇਹਨਾਂ ਸਮੱਸਿਆਵਾਂ ਦੇ ਉੱਤੇ ਸਾਡਾ ਸਾਰਿਆਂ ਦਾ ਧਿਆਨ ਖਿੱਚਦਾ ਹੈ। ਇਹ ਉਹ ਮੁੱਦੇ ਨੇ ਜੋ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਨੇ। ਤੁਸੀਂ ਆਪਣੇ ਕੀ ਵਿਚਾਰ ਰੱਖਦੇ ਹੋ, ਆਪਣੇ ਆਈਡੀਆਜ਼ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ।
ਇੰਡੀਆ ਇੰਟਰਨੈਸ਼ਨਲ। ਮੈਂ ਹਾਂ ਸੰਜੀਵ ਯਸ਼ ਖੰਨਾ। ਸਤਿ ਸ਼੍ਰੀ ਅਕਾਲ।